वाहेगुरु जी का खालसा वाहेगुरु जी की फतेह। साजी नवाजी सतगुरां दी गुरु खालसा साध संगत जीओ। अत्यंत कृपा दे पात्र हो आप जी। दुनियावी कम्मां धंधियां नूं संकोचदे होए सतगुरां दे असीम प्यार दे विच दूरों नेड़ियों चल के इकत्तर हुंदे हो। अज भी शुभ घड़ियां प्राप्त होईयां ने। गुरु चरनां दे विच सफलियां बनाइए। सतगुर जीआं दे पावन जीवन प्रसंगां दे विचों आप जी ने सरवण कीता सी। जदों एक पहर भाई मरदाना जी वापस ना मुड़े, भाई बाला जी ने अर्ज गुजारी, पातशाह जीओ लगदा साडा साथी किसी मुसीबत का शिकार हो गया। इस वक्त उन्होंने साड़ी बड़ी लोड़ है। रवाब ते आपां नूं कीर्तन सुणाउंदा है, हासे दीयां गल्लां सुणाउंदा है, साडा साथी है। भाई बाला जी दे बचनां नूं सुन के दीन दुनिया दे मालक नगर वल चले ने। उसे गली विच जिथे भाई मरदाना जी पानी की मंग करते सी, एक औरत सिरे उत्ते पानी का घड़ा भरिया होया। गुरु पातशाह जी उहदे पिछे पिछे जा रहे ने। उसे घर अगे जा खड़े होए जिथे भाई मरदाना जी ने पीण वास्ते पानी मंगया सी। जदों इस नारी नूं औरत नूं सतगुरां ने पुछे, अगों आखण लगी, मैं तुहाडा कोई मनुख नहीं वेखिया। फकीरो तुहानूं इस गल दा भुलेखा लग्या किसी होर दे घर गया होना। इन्हां सारे प्रकरणां नूं आप जी ने बड़े विस्तार सहित सरवण कीता। आओ जी कुछ समा अपनी सुरत नूं लैके चलीए असाम की धरती ते, जिथे गुरु बाबा जी आप कदम कदम चलते हुए दीन दुनिया नूं तार रहे ने। प्रेम दी पाओ सांझ गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा बस न बसावै फसै को, बास बिखे बंधन। दीन दुनिया दे मालक सर्व कला समर्थ पातशाह धन धन गुरु नानक देव जी महाराज भाई बाला जी दे समेत उसे घर उसे औरत दे पास पहुँच गए जिस औरत ने अपने मंत्रां दा बल प्रयोग करके भाई मरदाना जी नूं भेडू बना लिया। जदों सतगुर दहलीज ते खड़े ने, इस औरत ने चलाकी नाल दरवाजा ना खोलिया, पर दीन दुनिया दे मालक गुरु नानक साहब की आवाज़ भाई मरदाना जी दे जदों कन्नां विच पई, बड़ी शांति मिली। वो रस्सा तड़ाउण की कोशिश करते हैं।
ਮੈਂ ਕਿਵੇਂ ਜਾ ਕੇ ਆਪਣੇ ਪਾਤਸ਼ਾਹ ਨੂੰ ਦੱਸ ਦਿਆਂ, ਸੱਚੇ ਪਾਤਸ਼ਾਹ ਇਸੇ ਥਾਂ ਤੇ ਮੈਂ ਵੀ ਮੁਸੀਬਤਾਂ ਦਾ ਘਿਰਿਆ ਹੋਇਆ ਹਾਂ। ਭਿਆਂ ਭਿਆਂ ਭਨਹਿ ਸੁਣਾਵਈ, ਭਗਤ ਵਸ਼ਲ ਕੀ ਕਾਨ। ਪਰ ਇਧਰ ਦਹਲੀਜ਼ ਦਰਵਾਜ਼ੇ ਤੇ ਖੜੀ ਉਹ ਔਰਤ ਝੂਠ ਤੇ ਝੂਠ ਬੋਲਦੀ ਹੈ। ਆਖਦੀ ਆ, ਫਕੀਰੋ ਤੁਹਾਨੂੰ ਭੁਲੇਖਾ ਪੈ ਗਿਆ, ਸਾਡੇ ਇਸ ਇਲਾਕੇ ਵਿੱਚ ਤੁਹਾਡਾ ਕੋਈ ਮਰਦ, ਤੁਹਾਡਾ ਕੋਈ ਮਨੁੱਖ ਨਹੀਂ ਆਇਆ। ਤੁਸੀਂ ਬਾਅਦ ਤੇ ਇੱਥੋਂ ਜਾ ਸਕਦੇ ਹੋ। ਕੁਛ ਔਰਤਾਂ ਇਕੱਠੀਆਂ ਕਰ ਲਈਆਂ, ਰੌਲਾ ਪੈ ਗਿਆ, ਕਿਉਂਕਿ ਔਰਤਾਂ ਕਾਂਵਾਂ ਰੌਲੀ ਦੇ ਵਿੱਚ ਵੱਡੇ ਵੱਡੇ ਮੁੱਦੇ ਹੱਲ ਕਰ ਲੈਂਦੀਆਂ ਨੇ। ਉਹਨੂੰ ਲੱਗਦਾ ਸੀ ਸ਼ਾਇਦ ਇਸ ਸ਼ੋਰ ਸ਼ਰਾਬੇ 'ਚ ਫਕੀਰ ਡਰਦੇ ਇੱਥੋਂ ਨਿਕਲ ਜਾਣਗੇ। ਕਹਿੰਦੇ ਜਦੋਂ ਬਾਹਰ ਸ਼ੋਰ ਸ਼ਰਾਬਾ ਹੋਇਆ, ਰੌਲਾ ਹੋਇਆ, ਤੂੰ ਮੈਂ ਹੋਣੀ ਸ਼ੁਰੂ ਹੋ ਗਈ। ਭਾਈ ਮਰਦਾਨਾ ਬੇਵੱਸ ਹੈ, ਬੋਲਣਾ ਚਾਹੁੰਦਾ ਹੈ, ਆਖਰਕਾਰ ਉੱਚੀ ਆਵਾਜ਼ ਵਿੱਚ ਬੋਲੇ ਨੇ। ਪਰ ਬੱਕਰੀ ਦੀ ਭੇਡ ਦੀ ਆਵਾਜ਼ ਕੈਸੀ ਹੈ, ਭੇਡੂ ਬੋਲਦਾ ਕਿਵੇਂ? ਕਹਿੰਦੇ ਭਇਆ ਭਇਆ ਦੀ ਆਵਾਜ਼ ਗੁਰੂ ਨਾਨਕ ਸਾਹਿਬ ਜੀ ਦੇ ਕੰਨਾਂ ਤੱਕ ਆਈ। ਉਹ ਤੇ ਸਾਰਾ ਕੁਝ ਹੀ ਜਾਣਦੇ ਆ, ਇਹ ਥੋੜੀ ਆ ਵੀ ਗੁਰੂ ਸਾਹਿਬ ਨੂੰ ਨਹੀਂ ਪਤਾ। ਸਤਿਗੁਰ ਤੇ ਕਿਸੇ ਦਾ ਪਖੰਡ ਦਾ ਪਾਜ ਖੋਲਣ ਆਏ ਹੋਏ ਆ। ਬੀਜੀ ਨੇ ਮਾੜਾ ਕੰਮ ਵੀ ਕੀਤਾ ਤੇ ਝੂਠ ਵੀ ਬੋਲਿਆ, ਉਹਦਾ ਪਰਦਾ ਨਸ਼ਰ ਕਰਨਾ ਏ। ਸਵਈਆ ਕਿਉਂ ਨ ਬਤਾਮਹਿ ਮਾਨਵ ਤੂੰ, ਮੁਖ ਕੂਰ ਕਹੈ ਘਰ ਅੰਤਰ ਜਾਤੀ। ਦੀਨ ਦੁਨੀਆ ਦੇ ਮਾਲਕ ਸਤਿਗੁਰ ਫਿਰ ਅੱਗੇ ਹੋ ਕੇ ਆਪ ਆਖਣ ਲੱਗੇ। ਮਰਦ ਕਹਿੰਦੇ ਐ ਭਾਈ ਕਿਉਂ ਨਹੀਂ ਦੱਸਦੀ, ਸਾਡਾ ਮਨੁੱਖ ਤੇਰੇ ਘਰੇ ਹੈ। ਉਹਨੇ ਇਸ਼ਾਰਾ ਕੀਤਾ ਨਹੀਂ, ਕਿਉਂਕਿ ਇਸ ਔਰਤ ਨੂੰ ਪਤਾ ਹੈ ਵੀ ਇਹ ਫਕੀਰ ਜੇ ਅੰਦਰ ਜਾਣਗੇ ਵੀ ਤੇ ਪਛਾਣਨਗੇ ਕਿਵੇਂ। ਮੈਂ ਤੇ ਉਸ ਮਰਦਾਨੇ ਨੂੰ ਉਹਦੇ ਰੂਪ 'ਚ ਛੱਡਿਆ ਹੀ ਨਹੀਂ, ਪਰ ਉੱਚੀ ਬੋਲ ਕੇ, ਕਿਉਂਕਿ ਸਮਾਜ ਵਿੱਚ ਝੂਠਾ ਬੰਦਾ ਉੱਚੀ ਆਵਾਜ਼ ਵਿੱਚ ਗੱਲ ਕਰਦਾ। ਕਦੇ ਨੋਟ ਕਰਿਓ, ਜੋ ਬੰਦਾ ਤੁਹਾਨੂੰ ਉੱਚਾ ਬੋਲ ਕੇ ਡਰਾਉਣਾ ਚਾਹੁੰਦਾ ਨਾ, ਉਹਦੇ ਪੈਰ ਨਹੀਂ। ਚਾਰ ਕੁ ਗੱਲਾਂ ਆਪਣੇ ਤਰੀਕੇ ਦੀਆਂ ਕਰਦੇ ਹੋ, ਬੁਖਲਾ ਜਾਏਗਾ, ਘਬਰਾ ਜਾਏਗਾ। ਸਤਿਗੁਰ ਕਹਿੰਦੇ ਸਾਡਾ ਮਨੁੱਖ ਤੂੰ ਅੰਦਰ ਤਾੜਿਆ ਹੋਇਆ ਹੈ, ਤੇਰੇ ਇਸ ਦਰਵਾਜ਼ੇ ਦੇ ਪਿੱਛੇ ਸਾਡਾ ਸਾਥੀ ਹੈ। ਕਹਿੰਦੀ ਇਹ ਝੂਠ ਹੈ। ਤੁਸੀਂ ਕਿਵੇਂ ਕਹਿ ਸਕਦੇ ਹੋ ਤੁਹਾਡਾ ਕੋਈ ਵਿਅਕਤੀ ਸਾਡੇ ਘਰ ਹੈ? ਤੁਸੀਂ ਇਲਜ਼ਾਮ ਤਰਾਸ਼ੀ ਕਰਦੇ ਹੋ। ਬਾਕੀ ਜਿੰਨੀਆਂ ਔਰਤਾਂ ਖੜੀਆਂ ਨੇ ਉਹ ਵੀ ਇਸ ਜਾਦੂਗਰਨੀ ਦੇ ਹੱਕ 'ਚ ਬੋਲਦੀਆਂ ਨੇ, ਕਿਉਂਕਿ ਚੋਰਾਂ ਦੇ ਯਾਰ ਚੋਰ ਹੁੰਦੇ ਆ। ਚੋਰ ਮਸੇਰੇ ਭਾਈ ਸਾਥ ਦੇ ਕੇ ਆਖਣ ਲੱਗੀਆਂ, ਇਹ ਪਰਦੇਸੀਓ, ਇਹ ਸਾਰੀਆਂ ਗਲੀਆਂ ਤੇ ਸਾਰੇ ਘਰ ਇੱਕੋ ਜਿਹੇ ਨੇ। ਇੱਥੇ ਨਾ ਕੋਈ ਤੁਹਾਡਾ ਆਇਆ ਹੈ, ਤੇ ਜੇ ਆਇਆ ਵੀ ਕੋਈ ਤੁਹਾਡਾ ਹੋਏਗਾ, ਅਸੀਂ ਕੀ ਲੈਣਾ ਹੈ? ਸਾਡਾ ਕੀ ਕੰਮ ਕਾਜ ਹੈ? ਨਾ ਸਾਨੂੰ ਤੁਹਾਡੀ ਬੋਲੀ ਸਮਝ ਆਵੇ, ਤੁਹਾਨੂੰ ਸਾਡੀ ਨਹੀਂ ਸਮਝ ਆਉਂਦੀ, ਸਾਡੇ ਤੁਹਾਡੇ ਨਾਲ ਰੀਤੀ ਰਿਵਾਜ ਨਹੀਂ ਮਿਲਦੇ, ਅਸੀਂ ਕੀ ਲੈਣਾ? ਮਤਲਬ ਉਹ ਇਹੋ ਜਿਹੀਆਂ ਗੱਲਾਂ ਕਰਦੀਆਂ ਨੇ ਵੀ ਜੇ ਕੋਈ ਹੋਰ ਹੁੰਦਾ ਉਹਨੇ ਯਕੀਨ ਕਰ ਲੈਣਾ ਸੀ। ਗੁਰੂ ਸਾਹਿਬ ਕਹਿੰਦੇ ਨਹੀਂ ਭਾਈ, ਤੁਸੀਂ ਝੂਠ ਬੋਲ ਰਹੇ ਹੋ, ਸਾਡਾ ਸਾਥੀ ਇਸੇ ਘਰ ਦੇ ਵਿੱਚ ਹੈ। ਇਹ ਥਾਨ ਸੁਣਿਓ ਹਮ ਕਾਨਾ, ਬਰਿਓ ਜਲ ਪਾਨ ਕੇ ਹੇਤ ਤਿਖਾਤੀ। ਸਤਿਗੁਰ ਕਹਿੰਦੇ ਅਸੀਂ ਆਪ ਇਸ ਘਰ ਦੇ ਵਿੱਚ ਆਪਣੇ ਸਾਥੀ ਨੂੰ ਆਉਂਦੇ ਵੇਖਿਆ। ਉਹਨੇ ਤੈਨੂੰ ਹੀ ਕਿਹਾ ਸੀ ਮੈਨੂੰ ਪਾਣੀ ਚਾਹੀਦਾ, ਪਾਣੀ ਮੰਗਿਆ ਸੀ ਤੇਰੇ। ਜਦੋਂ ਇਹ ਸ਼ਬਦ ਸੁਣੇ ਔਰਤ ਚੁੱਪ ਹੋ ਗਈ ਵੀ ਗੱਲ ਤੇ ਸੱਚੀ ਹੈ, ਪਰ ਮਰੇ ਮੁਕਰੇ ਦਾ ਕੀ ਇਲਾਜ ਹੈ? ਤੁਸੀਂ ਮੁਕਰ ਜਾਓ, ਤੁਹਾਡਾ ਕੋਈ ਕੀ ਕਰ ਸਕਦਾ? ਕਰ ਸਕਦਾ ਕੁਝ? ਸਭ ਕੁਝ ਕਰ ਕਰਾ ਕੇ ਤੁਸੀਂ ਆਪਣੀ ਜ਼ੁਬਾਨੋਂ ਕਹਿ ਦਿਓ ਮੈਂ ਨਹੀਂ ਕੀਤਾ, ਮੈਂ ਨਹੀਂ ਬੋਲਿਆ, ਕੀ ਕਰੇਗਾ ਕੋਈ ਤੁਹਾਡਾ? ਨਾ ਕੋਰਟ ਕੁਝ ਕਰ ਸਕਦਾ, ਨਾ ਥਾਣਾ ਕਰ ਸਕਦਾ। ਵੱਡੇ ਵੱਡੇ ਅਪਰਾਧੀ ਜਦੋਂ ਮੁਕਰ ਜਾਂਦੇ ਨੇ, ਉਹਨਾਂ ਦੇ ਗਵਾਹ ਮੁਕਰ ਜਾਂਦੇ ਨੇ, ਜਿਹੜੇ ਉਹਨਾਂ ਦੇ ਵਿਰੁੱਧ ਭੁਗਤਦੇ ਆ, ਖਰੀਦੇ ਜਾਂਦੇ ਆ, ਤੇ ਕੋਰਟ ਕਚਹਿਰੀਆਂ ਨੂੰ ਕਈ ਵਾਰ ਅਪਰਾਧੀਆਂ ਨੂੰ ਬਰੀ ਕਰਨਾ ਪੈਂਦਾ, ਕਿਉਂਕਿ ਸਬੂਤ ਨਹੀਂ ਉਹਨਾਂ ਦੇ ਹੱਕ 'ਚ। ਸਬੂਤ ਸੀ, ਜਿੰਨਾ ਵੇਖਿਆ ਉਹ ਮੁਕਰ ਗਏ ਨੇ, ਬਦਲ ਗਏ ਨੇ। ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਇਆ ਜਾਂਦਾ ਹੈ। ਸਤਿਗੁਰ ਕਹਿੰਦੀ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਤੇ ਕੰਨਾਂ ਨਾਲ ਆਵਾਜ਼ ਸੁਣੀ ਹੈ, ਤੂੰ ਆਪ ਉਹਦੇ ਨਾਲ ਅੰਦਰ ਆਈ ਹੈ ਪਾਣੀ ਦੇਣ ਵਾਸਤੇ, ਤੇ ਸਾਡਾ ਸਾਥੀ ਇਸੇ ਘਰ ਵਿੱਚ ਵੜਿਆ ਤੇ ਹੁਣ ਵੀ ਇੱਥੇ ਹੀ ਹੈ।
ਹੁਣ ਇਹ ਬੜੀ ਵੱਡੀ ਗੱਲ ਹੈ ਜੀ। ਕੋਈ ਐਡਾ ਵੱਡਾ ਹੱਕ ਜਤਾ ਕੇ ਆਖੇ ਵੀ ਇੱਥੇ ਹੀ ਹੈ, ਕੋਈ ਤੇ ਕਾਰਨ ਹੈ। ਕੁਛ ਲੋਕ ਜਿਨ੍ਹਾਂ ਰੌਲਾ ਪਾਇਆ ਸੀ ਉਸ ਜਾਦੂਗਰਨੀ ਦੇ ਹੱਕ 'ਚ ਬੋਲਦੇ ਸੀ, ਖਿੰਡਣੇ ਸ਼ੁਰੂ ਹੋ ਗਏ ਵੀ ਐਡਾ ਕੋਈ ਦਾਵਾ ਨਹੀਂ ਕਰਦਾ ਹੁੰਦਾ। ਜੇ ਕੋਈ ਦਾਵਾ ਕਰਕੇ ਕਹਿੰਦਾ ਸਾਡਾ ਸਾਥੀ ਇੱਥੇ ਹੈ ਤੇ ਕੁਛ ਤੇ ਜ਼ਰੂਰ ਹੈ, ਕੋਈ ਤੇ ਗੱਲ ਜ਼ਰੂਰ ਹੋਣੀ। ਤਿਆ ਕਹੈ ਪ੍ਰਤੀਤ ਨਹੀਂ, ਬਾਰਿਅੰਤਰ ਹੀਰ ਲਵੋ ਬਲ ਭਾਤੀ। ਹੁਣ ਔਰਤ ਚਲਾਕ ਬੜੀ ਹੈ, ਉਹਨੇ ਫੇਰ ਮੌਕਾ ਸਾਂਭਿਆ। ਕਹਿੰਦੀ ਮੈਂ ਤੁਹਾਨੂੰ ਬਾਰ-ਬਾਰ ਇੱਕੋ ਗੱਲ ਕਹਿੰਦੀ ਆ, ਤੁਹਾਡਾ ਸਾਥੀ ਸਾਡੇ ਘਰ ਨਹੀਂ ਹੈ, ਪਰ ਜੇ ਫਕੀਰੋ ਤੁਹਾਨੂੰ ਮੇਰੇ ਤੇ ਇਤਬਾਰ ਹੀ ਨਹੀਂ, ਪ੍ਰਤੀਤ ਨਹੀਂ, ਭਰੋਸਾ ਨਹੀਂ, ਕਹਿੰਦੇ ਗੁੱਸੇ 'ਚ ਦਰਵਾਜ਼ੇ ਨੂੰ ਮਾਰੀ ਲੱਤ ਖੋਲ ਕੇ, ਕਹਿੰਦੀ ਜਾਓ ਵੇਖ ਲਓ ਹੈ ਤੇ ਲੱਭ ਲਓ ਕਿੱਥੇ। ਪਰ ਇੱਥੇ ਵੀ ਚਲਾਕੀ ਸੀ ਉਹਦੀ। ਇਹਨੂੰ ਕਹਿੰਦੇ ਚਰਿੱਤਰ। ਬਾਣੀ ਲਿਖਦੀ ਨਾ 405 ਚਰਿੱਤਰ ਸਮਾਪਤ, ਸਾਲ 'ਚ 365 ਦਿਨ ਨੇ, ਤੇ ਜਿਹੜੀ ਵੱਧ ਚੱਲਣ ਔਰਤ ਹੋਵੇ ਉਹ 365 ਚਰਿੱਤਰ ਵਰਤਦੀ ਹੈ। ਦਸਮ 'ਚ ਮਰਦ ਨੇ ਇਹੀ ਸਮਝਾਇਆ। ਸਤਿਗੁਰ ਕਹਿੰਦੇ ਭਾਈ ਬਾਣੀ ਪੜ੍ਹਦੇ ਆ ਆਪਾਂ, ਤੁਸੀਂ ਕਹੋਗੇ ਗੱਲਾਂ ਬਾਹਰੋਂ ਕਿੱਥੋਂ ਆ ਗਈਆਂ। ਬਾਣੀ ਪੜ੍ਹਿਓ ਕਦੇ। ਮਰਦ ਨੇ ਔਰਤਾਂ ਦੇ ਗੁਣ ਲਿਖੇ, ਇੱਕ ਦਾ ਨਾਂ ਲਿਖਿਆ ਸੁਚੱਜੀ। ਸੁਚੱਜੀ ਕਿਹਨੂੰ ਕਹਿੰਦੇ ਆ? ਸ਼ੁਭ ਗੁਣਾਂ ਵਾਲੀ। ਤੇ ਦੂਜੀ ਦਾ ਜ਼ਿਕਰ ਆਏਗਾ ਕੁਚੱਜੀ, ਮਾੜੇ ਕਰਮਾਂ ਵਾਲੀ। ਦੋਨਾਂ ਦੇ ਬਾਰੇ ਸਤਿਗੁਰਾਂ ਨੇ ਬਾਣੀ ਵਿੱਚ ਬਾਣੀ ਉਚਾਰਨ ਕੀਤੀ ਹੋਈ ਹੈ, ਸੁਚੱਜੀ ਤੇ ਕੁਚੱਜੀ। ਫਿਰ ਅੱਗੇ ਆਉਂਦੇ ਫੁਨਹੇ, ਚੌਬੋਲੇ। ਇਹਨਾਂ ਵਿੱਚ ਬੜਾ ਕੁਝ ਮਰਦ ਨੇ ਸਮਝਾਇਆ, ਸਵਾਲ ਜਵਾਬ ਉੱਤਰ ਦਿੱਤੇ ਹੋਏ ਆ। ਕਿਉਂਕਿ ਬਾਣੀ ਨੇ ਹਮੇਸ਼ਾ ਜ਼ਿਕਰ ਕੀਤਾ ਸੁਹਾਗਣ ਦਾ ਤੇ ਦੁਹਾਗਣ ਦਾ। ਦੁਹਾਗਣ ਕਿਹੜੀ ਹੈ? ਛੋਡੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਰੰਡ ਨਾਮ ਹੈ ਰੰਡੀ ਦਾ। ਸੁਹਾਗਣ ਨਾਮ ਜੋ ਸੁਹਾਗਵੰਤੀ ਨਹੀਂ ਹੈ, ਉਹ ਕੌਣ ਹੈ? ਦੁਹਾਗਣ। ਰੋਵੈ ਘਰੇ ਦੁਹਾਗਣ। ਬੜੀ ਥਾਂ ਤੇ ਮਰਦ ਨੇ ਲਿਖੇ, ਅੱਗੇ ਵੀ ਗੁਰੂ ਸਾਹਿਬ ਬਾਣੀ 'ਚ ਲਿਖ ਦੇਣਗੇ। ਦੁਹਾਗਣ ਉਹਨੂੰ ਕਹਿੰਦੇ ਆ ਜਿਹਦੀ ਇਖਲਾਕ ਤੋਂ ਡਿੱਗੀ ਹੋਵੇ, ਜਿਹਦੇ ਪੱਲੇ ਸਿਰਫ ਚਲਾਕੀਆਂ ਤੇ ਚਲਾਕੀਆਂ ਹੋਣ, ਕੋਈ ਧਰਮ ਨਾ ਹੋਵੇ, ਸੱਚ ਨਾ ਹੋਵੇ। ਕਹਿੰਦੇ ਫੇਰ ਚਲਾਕੀ ਖੇਡ ਕੇ ਆਖਣ ਲੱਗੀ ਜਾਓ ਵੇਖ ਲਓ, ਜੇ ਮੇਰੇ ਘਰ ਦੇ ਵਿੱਚ ਤੁਹਾਨੂੰ ਤੁਹਾਡਾ ਸਾਥੀ ਲੱਭਦਾ ਤੇ ਲੱਭ ਲਓ। ਪਰ ਫਕੀਰੋ ਯਾਦ ਰੱਖਿਓ, ਕਿਸੇ ਨੂੰ ਝੂਠੇ ਸਾਬਤ ਨਹੀਂ ਕਰੀਦਾ, ਕਿਸੇ ਦੇ ਘਰ ਉੱਤੇ ਕਦੇ ਚੜ ਕੇ ਆਈਦਾ ਨਹੀਂ। बीच नकेत दोरायो नहीं, हम बोलत जो परतीत न पते। ਤੇ ਰੋਲਾ ਪਾ ਕੇ ਆਖਣ ਲੱਗੀ, ਕਹਿੰਦੀ ਮੇਰੀਆਂ ਗੱਲਾਂ ਤੇ ਭਰੋਸਾ ਨਹੀਂ, ਅੰਦਰ ਜਾ ਕੇ ਵੇਖ ਲਓ, ਮੈਂ ਸੱਚੀ ਆਪਣਾ ਘਰ ਵੀ ਵਿਖਾਤਾ ਹੈ, ਸੁਭਾਵਿਕ ਗੱਲ ਹੈ, ਸੱਚ ਹੈ। ਔਰਤਾਂ ਸਦਾ ਹੀ ਸਤਿਕਾਰਯੋਗ ਨੇ ਤੇ ਸਤਿਕਾਰਯੋਗ ਰਹਿਣਗੀਆਂ। ਪਰ ਅੱਜ ਵੀ ਪੰਜਾਬ ਦੇ ਵਿੱਚ ਬੰਦਾ ਅਪਰਾਧ ਕਰਕੇ ਆਇਆ ਹੋਵੇ, ਮਾੜਾ ਕੰਮ ਕਰਕੇ ਆਇਆ ਹੋਵੇ, ਆਪ ਲੁਕ ਜੂ ਅੰਦਰ ਤੇ ਔਰਤ ਨੂੰ ਕਰ ਦੂ ਬਾਹਰ। ਉਹ ਕੱਲੀ ਉਹ 20 ਨਾਲ ਵਾਧੂ ਹੈ। ਇੰਨਾ ਬੋਲਣਾ ਉਹਨੇ ਉੱਚੀ ਉੱਚੀ, ਮਹੱਲੇ ਨੇ ਕਹਿਣਾ ਬਈ ਇਹ ਸੱਚੇ ਆ ਜੀ, ਇਹੀ ਮਾੜੇ ਜਿਹੜੇ ਚੱਲ ਕੇ ਆਏ ਆ। ਬੜੇ ਲੋਕ ਨੇ ਬੈਂਕਾਂ ਦੀਆਂ ਕਿਸ਼ਤਾਂ ਟੁੱਟ ਜਾਂਦੀਆਂ ਨੇ, ਭਰੀਆਂ ਨਹੀਂ ਜਾਂਦੀਆਂ, ਲੋਨ ਲਿਮਟਾਂ ਨਹੀਂ ਭਰੀਆਂ ਜਾਂਦੀਆਂ, ਤੇ ਬੀਬੀਆਂ ਨੂੰ ਅੱਗੇ ਕਰ ਦਿੰਦੇ। ਮੈਂ ਕਹਿੰਦਾ ਤੂਫਾਨ ਲਿਆ ਦਿੰਦੀਆਂ ਬੋਲ ਬੋਲ ਕੇ। ਅਗਲਾ ਗਲਤੀ ਨਾਲ ਵੀ ਉਸ ਘਰ ਨਹੀਂ ਜਾਂਦਾ, ਕਹਿੰਦਾ ਕੋਈ ਨਹੀਂ ਛੱਡ ਛਡਾਓ ਯਾਰ, ਬੇਇੱਜ਼ਤੀ ਬਹੁਤ ਕਰਦੇ। ਸਭ ਇਹੋ ਜਿਹੇ ਨਹੀਂ, ਬੜੀਆਂ ਔਰਤਾਂ ਐਸੀਆਂ ਨੇ, ਪਤੀ ਘਰੇ ਲੋਕ ਕੇ ਕਹਿੰਦਾ ਆਖੋ ਮੈਂ ਨਹੀਂ, ਤੇ ਬਾਹਰ ਨਿਕਲ ਕੇ ਉਹ ਸੱਚ ਬੋਲਦੀ, ਕਹਿੰਦੀ ਜੀ ਘਰੇ ਹੀ ਆ, ਮਿਲ ਲਓ ਜਾ ਕੇ। ਉਹਨੂੰ ਪਤਾ ਹੈ ਇਹਦੇ ਕੀਤੇ ਕਰਮ ਇਹਨੇ ਭੁਗਤਣੇ ਨੇ, ਜੇ ਇਸ ਪਾਪੀ ਦੇ ਪਰਦੇ ਮੈਂ ਪਾਏ, ਦਰਗਾਹ ਦੇ ਵਿੱਚ ਲੇਖਾ ਮੈਨੂੰ ਵੀ ਦੇਣਾ ਪੈਣਾ। ਇਹਨੇ ਸੱਚੀਆਂ ਸਤਵੰਤੀਆਂ। ਪਰ ਦੁਹਾਗਣਾ ਕਿਹੜੀਆਂ ਨੇ? ਕਰਮ ਮਾੜੇ ਕਰਕੇ ਵੀ ਆਪਣੇ ਆਪ ਨੂੰ ਚੰਗੇ ਜਤਾਉਣਾ। ਗੁਰੂ ਨਾਨਕ ਸਾਹਿਬ ਮਹਾਰਾਜ ਤੇ ਭਾਈ ਬਾਲਾ ਜੀ ਦੇ ਤੇ ਗਲ ਪੈਣ ਨੂੰ ਆਉਂਦੀਆਂ ਨੇ। ਬਾਕੀ ਬੀਬੀਆਂ ਬੋਲਦੀਆਂ, ਔਰਤਾਂ ਬੋਲਦੀਆਂ, ਕਿਉਂਕਿ ਬਹੁਤੇ ਰੌਲੇ ਦੇ ਵਿੱਚ ਕੋਈ ਸੱਚਾ ਨਹੀਂ ਹੁੰਦਾ, ਸਿਰਫ ਧਿਆਨ ਡਾਇਵਰਟ ਕੀਤਾ ਜਾਂਦਾ ਹੈ। ਗੁਰੂ ਬਾਬਾ ਜੀ ਨੇ ਇੱਕ ਚਰਨ ਦਹਲੀਜ਼ ਵਿੱਚ ਰੱਖਿਆ, ਉਹ ਅੱਗੇ ਭੱਜ ਭੱਜ ਕੇ ਕਹਿੰਦੀ ਦਰਵਾਜ਼ੇ ਖੋਲ੍ਹ ਕੇ ਇੱਧਰ ਵੀ ਵੇਖ ਲਓ, ਇੱਧਰ ਵੀ ਦੇਖ ਲਓ। ਜਦੋਂ ਤੁਸੀਂ ਕਿਸੇ ਦੇ ਘਰ ਦੀ ਤਲਾਸ਼ੀ ਕਰੋ, ਚੋਰ ਦੀ ਚਲਾਕੀ ਪਤਾ ਕੀ ਹੁੰਦੀ ਹੈ? ਉਹ ਤੁਹਾਡਾ ਧਿਆਨ ਭਟਕਾਉਣ ਵਾਸਤੇ, ਜੇ ਤੁਸੀਂ ਇਸ ਕਮਰੇ 'ਚੋਂ, ਉਹਨੇ ਦੂਜੇ ਦਾ ਦਰਵਾਜ਼ਾ ਖੋਲ੍ਹ ਕੇ ਇੱਧਰ ਵੀ ਦੇਖ ਲਓ ਜੀ, ਇੱਧਰ ਵੀ ਆ ਜਾਓ। ਇਹ ਕੀ ਹੈ? ਉਹ ਬੁਖਲਾਇਆ ਹੋਇਆ। ਤੇ ਜਿਹੜਾ ਸਹੀ ਤੇ ਸੱਚਾ ਬੰਦਾ ਉਹ ਬੋਲਦਾ ਨਹੀਂ, ਕਹਿੰਦਾ ਤਸੱਲੀ ਕਰੋ ਆਪਣੀ, ਕੋਈ ਰੌਲਾ ਨਹੀਂ, ਚੁੱਪ ਚਪੀਤਾ ਖੜੇ। ਪਰ ਕਹਿੰਦੇ ਇਸ ਔਰਤ ਨੇ ਕੋਈ ਤਾਂਡਵ ਕੀਤਾ। ਗੁਰੂ ਸਾਹਿਬ ਅੰਦਰ ਆਏ ਆ, ਭਾਈ ਬਾਲਾ ਜੀ ਨੇ ਮੋਢੇ ਤੇ ਰਬਾਬ ਰੱਖੀ ਆ, ਭਾਈ ਮਰਦਾਨਾ ਜੀ ਵਾਲੀ। ਪਰ ਇੱਕੋ ਗੱਲ ਕਹਿੰਦੀ ਆ, ਜੇ ਤੁਹਾਡਾ ਸਾਥੀ ਮੇਰੇ ਘਰੋਂ ਨਾ ਮਿਲਿਆ,
ਫਕੀਰੋ ਦੱਸੋ ਕੀ ਮੂੰਹ ਵਿਖਾਓਗੇ। ਮਤਲਬ ਉਹ ਆਪਣੇ ਵੱਲੋਂ ਕੋਸ਼ਿਸ਼ ਕਰਦੀ ਜਲੀਲ ਕਰਨ ਦੀ। ਇਹਨੂੰ ਕਹਿੰਦੇ ਆ ਨਾਲੇ ਚੋਰ ਨਾਲੇ ਚਤਰਾਈ। ਇੱਕ ਤੇ ਮਾੜਾ ਕਰਮ ਕੀਤਾ ਹੈ, ਦੂਜਾ ਗੁਰੂ ਸਾਹਿਬ ਤੇ ਸਤਿਗੁਰਾਂ ਦੇ ਪਿਆਰੇ ਸਾਥੀ ਭਾਈ ਬਾਲਾ ਜੀ ਨੂੰ ਮੰਦੜੇ ਬੋਲ ਬੋਲਦੀ ਐ। ਦੋਹਰਾ ਚੰਚਲ ਤਿਆ ਕੇ ਚਲਤ ਰਖ, ਦਲਤ ਸੀਲ ਸਤ ਜੋਨ। ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਨੇ ਜਾਣਿਆ ਇਹ 30 ਔਰਤ ਚੰਚਲ ਹੈ, ਚਲਾਕ ਹੈ, ਇਹ ਜੱਤ ਸੱਤ ਤੋੜਨ ਵਾਲੀ ਹੈ। ਇਹ ਘੜੀ ਵਿੱਚ ਹੋਰ ਤੇ ਘੜੀ ਵਿੱਚ ਹੋਰ ਹੈ, ਪਲਾਂ 'ਚ ਹੋਰ ਹੈ। ਕਹਿੰਦੇ ਬੜੇ ਲੋਕ ਆਏ ਉਸ ਔਰਤ ਦੇ ਹੱਕ ਵਿੱਚ, ਕਹਿੰਦੇ ਛੱਡੋ ਫਕੀਰੋ ਸੱਚ ਬੋਲਦੀ, ਇੱਥੇ ਕੀ ਮਿਲ ਜਾਣਾ ਤੁਹਾਨੂੰ, ਜਾਓ। ਏਸੀ ਹਮਦਰਦ ਲੋਕ। ਪਰ ਗੁਰੂ ਬਾਬਾ ਜੀ ਦਾ ਨਿਸ਼ਚਾ ਏਡਾ ਪੱਕਾ ਸੀ, ਉਹ ਅੰਤਰਜਾਮੀ ਪਿਆਰੇ ਪ੍ਰੀਤਮ ਨੇ, ਦਿਲਾਂ ਦੀਆਂ ਜਾਣਦੇ ਨੇ। ਜਦੋਂ ਸਤਿਗੁਰ ਜੀ ਦਹਲੀਜ਼ ਵਿੱਚ ਅੰਦਰ ਪ੍ਰਵੇਸ਼ ਹੋਏ, ਦਰਵਾਜ਼ੇ ਖੋਲ੍ਹੇ ਆ, ਕਹਿੰਦੇ ਨਾਲ ਹੀ ਬਾਕੀ ਜਾਦੂਗਰਨੀਆਂ ਵੜ ਗਈਆਂ। ਕੋਸ਼ਿਸ਼ ਤੇ ਇਹ ਵੀ ਹੈ ਵੀ ਜੇ ਇਹਨਾਂ ਦੋਨੇ ਫਕੀਰਾਂ ਦੇ ਗਲ ਧਾਗਾ ਪਾਇਆ ਜਾਵੇ ਨਾ ਤੇ ਇਹ ਲੱਭਣ ਵਾਲੇ ਨਹੀਂ ਲੱਭਣੇ। ਪਰ ਭਾਈ ਬਾਲਾ ਜੀ ਇੰਨੇ ਸਤਰਕ ਨੇ, ਇੰਨੇ ਸਾਵਧਾਨ ਨੇ, ਉਹ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ, ਕਿਉਂਕਿ ਪਹਿਲਾਂ ਵੇਖ ਚੁੱਕੇ ਆ ਸਾਰਾ ਕੁਝ, ਜਾਣਦੇ ਲੋਕ ਕਰਦੇ ਕੀ ਆ। ਇੱਕ ਕਮਰਾ ਵੇਖਿਆ, ਭਾਵੇਂ ਕਿ ਭਾਈ ਮਰਦਾਨਾ ਸਾਹਮਣੇ ਖੜੇ ਆ, ਬੰਨੇ ਹੋਏ ਆ, ਪਰ ਗੁਰੂ ਬਾਬਾ ਜੀ ਨੇ ਆਵਾਜ਼ ਨਹੀਂ ਮਾਰੀ, ਬੁਲਾਇਆ ਨਹੀਂ। ਕਿਉਂ? ਝੂਠੇ ਨੂੰ ਝੂਠਾ ਸਾਬਤ ਕਰਨਾ ਚਾਹੁੰਦੇ ਆ, ਐਵੇਂ ਦੋਸ਼ੀ ਨਹੀਂ ਬਣਾਉਂਦੇ। ਕਿਉਂਕਿ ਅੱਜ ਦੋਸ਼ ਹਰ ਬੰਦੇ ਤੇ ਲੱਗਦਾ, ਦੁਨੀਆ ਤੇ ਕੌਣ ਜੰਮਿਆ ਜੀ ਤੇ ਕੋਈ ਦੋਸ਼ ਨਹੀਂ ਲੱਗਦਾ। ਜ਼ਿੰਦਗੀ ਮਿਲੀ ਹੀ ਦੋਸ਼ ਲਵਾਉਣ ਵਾਸਤੇ ਹੈ। ਪਰ ਹਾਂ, ਕਿਸੇ ਨੂੰ ਦੋਸ਼ੀ ਕਹਿ ਦੇਣਾ ਤੇ ਦੋਸ਼ੀ ਸਾਬਤ ਕਰਨਾ, ਦੋਨਾਂ 'ਚ ਹੀ ਫਰਕ ਹੈ। ਕਿਸੇ ਬੰਦੇ ਨੂੰ ਕਿੰਨਾ ਮਰਜ਼ੀ ਭੰਡੀ ਜਾਓ, ਇਹ ਮਾੜਾ ਏ, ਮਾੜਾ ਏ, ਚੋਰ ਹੈ, ਯਾਰ ਹੈ, ਲੁਟੇਰਾ ਏ, ਗੱਲ ਉਦਣ ਬਣਦੀ ਜਿੱਦਣ ਸਿੱਧ ਕਰਕੇ ਵਿਖਾਓਗੇ ਇਹਨੂੰ ਇੱਥੇ ਆ ਕਰਦੇ ਵੇਖਿਆ, ਉਹ ਮਾੜਾ ਹੈ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਲੇ ਦੁਆਲੇ ਹੋਏ, ਉੱਚੀ ਉੱਚੀ ਬੋਲਦੇ, ਕਿਉਂਕਿ ਏਕਾ ਬੜਾ ਇਹਨਾਂ ਲੋਕਾਂ 'ਚ, ਅਸਾਮ ਦੇ ਲੋਕਾਂ 'ਚ। ਜਾਦੂਗਰ ਨੇ, ਤੰਤਰਿਕ ਨੇ, ਫਿਰ ਔਰਤਾਂ ਦਾ ਰਾਜ ਹੈ ਉੱਥੇ, ਤੇ ਮਰਦਾਂ ਦੀ ਸੁਣੀ ਕੋਈ ਨਹੀਂ ਜਾਂਦੀ। ਕਹਿੰਦੇ ਇਹਨਾਂ ਫਕੀਰਾਂ ਨੂੰ ਦਬਾਉਣ ਦੀ ਹਰ ਕੋਸ਼ਿਸ਼ ਕੀਤੀ ਹੈ। ਇੱਕ ਸਲੋਕ ਕੈ ਕਮਲ ਮੁਖ, ਕਲਾ ਦਿਖਾਈ ਤੋਨ। ਜਦੋਂ ਕਹਿੰਦੇ ਇਹ ਔਰਤ ਹਟੀ ਨਾ ਚਲਾਕੀਆਂ ਤੇ ਚਲਾਕੀਆਂ, ਮੇਰੇ ਬਾਬਾ ਜੀ ਕਦੇ ਕਿਸੇ ਦਾ ਬੁਰਾ ਨਹੀਂ ਕਰਦੇ, ਕਦੇ ਨਹੀਂ ਕਰਦੇ, ਨਾ ਕਰਾਮਾਤ ਵਿਖਾਉਂਦੇ। ਪਰ ਜੇ ਕੋਈ ਅੱਤ ਚੁੱਕ ਲੇ, ਹੱਦੀ ਕਰਦੇ, ਤੇ ਜਦੋਂ ਸਤਿਗੁਰਾਂ ਦੇ ਸਾਹਮਣੇ ਨੱਚ ਨੱਚ ਕੇ ਬੋਲੇ ਨਾ, ਭੜਕ ਭੜਕ ਕੇ, ਉਹਨੂੰ ਪਤਾ ਵੀ ਮੈਂ ਆਪਣੇ ਘਰ ਹਾਂ। ਸਿਆਣੇ ਕਹਿੰਦੇ ਆ ਨਾ ਵੀ ਆਪਣੇ ਘਰੇ ਸ਼ੇਰ ਹੁੰਦਾ, ਸਮਝ ਗਏ ਹੋਗੇ? ਬਸ ਉਹੀ ਹਾਲ ਹੈ। ਉਹ ਸ਼ਰਮਿੰਦਿਆਂ ਕਰੇ, ਕੋਸ਼ਿਸ਼ ਕਰੇ ਵੀ ਜੇ ਇਹ ਉੱਚਾ ਰੌਲਾ ਸੁਣ ਕੇ ਵਾਪਸ ਚਲੇ ਜਾਣ। ਹਥਿਆਰ ਇਹੀ ਹੁੰਦਾ ਹੈ ਵੀ ਉੱਚਾ ਬੋਲੋ, ਘਰ ਆਏ ਨੂੰ ਮਾੜਾ ਚੰਗਾ ਬੋਲੋ, ਅਗਲਾ ਆਪੇ ਚਲੇ ਜਾਂਦਾ ਆਪਣੀ ਇੱਜ਼ਤ ਦਾ ਮਾਰਾ। ਪਰ ਉਹ ਰੱਬੀ ਨੂਰ ਸਨ, ਸਤਿਗੁਰਾਂ ਨੇ ਜਦੋਂ ਉਹਦੇ ਬਹੁਤੇ ਬੋਲ ਸੁਣੇ, ਉਹ ਨਹੀਂ ਟਿਕਦੀ, ਚਿੜਚਿੜ ਕਰਨੋਂ ਨਹੀਂ ਹਟਦੀ। ਸੁਭਾਵਿਕ ਰਸਨਾ ਤੋਂ ਗੁਰੂ ਸਾਹਿਬ ਜੀ ਨੇ ਇੱਕ ਬਚਨ ਆਖਿਆ, ਪਰ ਉਹ ਬਚਨ ਧੁਰ ਕੀ ਬਾਣੀ ਵਿੱਚ ਨਹੀਂ ਹੈ, ਸੁਭਾਵਿਕ ਬਚਨ ਹੈ। ਕਹਿੰਦੇ ਇਸ ਬਚਨ ਦੇ ਨਾਲ ਐਸੀ ਖੇਡ ਵਰਤਾਈ, ਐਸੀ ਲੀਲਾ ਵਰਤਾਈ ਹੈ। ਸਲੋਕ ਕਲਰ ਕੀ ਬਨਜਾਰੀਆਂ, ਝੂੰਗੇ ਮੁਸਕ ਮਗੇਨ। ਸਤਿਗੁਰ ਕਹਿੰਦੇ ਕਲਰ ਕੀ ਬਣਜਾਰੀਆ, ਝੂੰਗੇ ਮੁਸਕ ਮਗੇਨ। ਕਲਰ ਧਰਤੀ ਹੁੰਦੀ ਆ ਜਿੱਥੇ ਕੁਝ ਨਹੀਂ ਹੁੰਦਾ, ਬੰਜਰ ਕਹਿ ਲਓ। ਸਤਿਗੁਰ ਕਹਿੰਦੇ ਬੰਜਰਾਂ ਦੇ ਬਣਜਾਰੇ ਨੇ ਵਪਾਰੀ। ਖਰੀਦਣਾ ਕੀ ਚਾਹੁੰਦੇ ਆ? ਝੂੰਗੇ ਮੁਸ਼ਕ ਮਗੇਣ, ਕੇਸਰ ਚੰਦਨ ਹੀਰੇ ਮੋਤੀ ਜਵਾਹਰਾਤ, ਇਹ ਵੇਚਣੇ ਚਾਹੁੰਦੀਆਂ ਨੇ। ਪਰ ਜ਼ਿੰਦਗੀ ਬੰਜਰ ਹੈ, ਅੰਦਰ ਪ੍ਰੇਮ ਨਾਮ ਦੀ ਚੀਜ਼ ਕੋਈ ਨਹੀਂ। ਹਰ ਵੇਲੇ ਕਪਟ, ਹਰ ਵੇਲੇ ਛਲ, ਹਰ ਵੇਲੇ ਤੜਫਣਾ ਲੱਗੀ ਹੋਈ ਹੈ, ਕਦੋਂ ਕਿਸੇ ਨੂੰ ਠੱਗ ਲਈਏ। ਜਦੋਂ ਮਰਦ ਨੇ ਬਚਨ ਆਖੇ ਨਾ, ਕਹਿੰਦੇ ਬਚਨ ਬੜੇ ਭਾਵੁਕਤਾ ਵਾਲੇ ਸੀ। ਮਰਦ ਕਹਿੰਦੇ ਕਲਰਾਂ 'ਚ ਕੀ ਉਗਦਾ ਹੈ? ਕਲਰ ਕੇਰੀ ਕੰਧ, ਰੇਤੇ ਦੀ ਤੇ ਕੰਧ ਨਹੀਂ ਖੜਦੀ, ਰੇਤੇ 'ਚ ਹੋਣਾ ਕੀ ਹੈ? ਕਹਿੰਦੇ ਕਲਰ ਵਰਗੇ ਬਣਜਾਰੇ ਲੋਕ ਨੇ, ਖਰੀਦਣਾ ਵੀ ਚਾਹੁੰਦੇ ਆ, ਵੇਚਣਾ ਵੀ ਚਾਹੁੰਦੇ ਆ, ਪਰ ਪੱਲੇ ਕੱਖ ਨਹੀਂ। ਅਮਲਾ ਬਾਜੋ ਨਾਨਕਾ, ਕਿਉਂ ਕਰ ਕੰਤ ਮਲੇਨ। ਅਮਲਾ ਵਾਜੋ ਨਾਨਕਾ, ਕਿਉਂ ਕਰ ਕੰਤ ਮਲੇਨ। ਸਤਿਗੁਰ ਕਹਿੰਦੇ ਅਮਲ ਨਾਮ ਹੈ ਸ਼ੁਭ ਗੁਣਾਂ ਦਾ।
ਕਹਿੰਦੇ ਅਮਲਾਂ ਤੋਂ ਬਿਨਾਂ ਕੰਤ ਪਤੀ ਪਰਮਾਤਮਾ ਨਹੀਂ ਮਿਲਦਾ। ਜਿੰਨੇ ਮਰਜ਼ੀ ਕਰਮ ਕਰ ਲਓ, ਜੋ ਮਰਜ਼ੀ ਕਰੀ ਜਾਓ, ਤੇ ਪਤੀ ਪਰਮਾਤਮਾ ਤੋਂ ਸਖਣਾ ਬੰਦਾ ਅੱਜ ਵੀ ਦੁਖੀ ਆ ਤੇ ਕੱਲ ਵੀ ਦੁਖੀ ਹੈ। ਜਿਹਦਾ ਧਰਮ ਹੀ ਕੋਈ ਨਹੀਂ, ਜਿਸ ਬੰਦੇ ਦਾ ਰੱਬ ਹੀ ਕੋਈ ਨਹੀਂ, ਜਿਹਨੇ ਰੱਬ ਨੂੰ ਮੰਨਿਆ ਹੀ ਕਦੇ ਨਹੀਂ, ਉਹਦੀ ਜ਼ਿੰਦਗੀ 'ਚ ਹੈ ਕੀ ਹੈ ਸਿਵਾਏ ਨਰਕ ਤੇ ਸਿਵਾਏ ਦੁੱਖਾਂ ਤੋਂ। ਮਰਦ ਕਹਿੰਦੇ ਅਮਲਾਂ ਤੇ ਅਸਰ ਨਹੀਂ ਕੀਤਾ। ਨਾਨਕ ਸ਼ਬਦ ਲੈ ਕੇ ਗੁਰੂ ਸਾਹਿਬ ਕਹਿੰਦੇ ਦੁੱਖਾਂ ਦੀਆਂ ਭਰੀਆਂ ਨੇ, ਕਮਲੀਆਂ ਨੇ, ਦਰ ਦਰ ਤੁਰੀਆਂ ਫਿਰਦੀਆਂ ਨੇ, ਇੱਕ ਤੇ ਭਰੋਸਾ ਨਹੀਂ। ਸਵਈਆ ਜੋ ਕਹਤੇ ਸਿਰ ਕੁੰਭ ਲੱਗਿਓ, ਉਤਰੇ ਨ ਤਰੇ ਰਹੀ ਹਾਰ ਉਤਾਰੀ। ਜਦੋਂ ਇੰਨਾ ਬਚਨ ਸਤਿਗੁਰਾਂ ਨੇ ਆਪਣੀ ਰਸਨਾ ਤੋਂ ਕਹਿ ਦਿੱਤਾ ਨਾ, ਕਹਿੰਦੇ ਉਹ ਔਰਤ ਬੜੀ ਚਲਾਕੀ ਨਾਲ ਆਪਣੇ ਸਿਰ ਤੋਂ ਗਾਗਰ ਲਾਉਣ ਲੱਗੀ, ਪਾਣੀ ਦਾ ਭਰਿਆ ਘੜਾ ਜਿਹਨੂੰ ਕੁੰਭ ਕਹਿੰਦੇ ਆ। ਕਹਿੰਦੇ ਉਹ ਸਿਰ ਦੇ ਨਾਲ ਹੀ ਜੁੜ ਗਿਆ। ਆਖੋ ਸਤਨਾਮ। ਜਿਵੇਂ ਸੀਮੈਂਟ ਲਾ ਕੇ ਜੋੜਿਆ ਹੋਵੇ ਨਾ, ਫਿਕਸ ਕੀਤਾ ਹੋਵੇ, ਨਾਲ ਹੀ ਜੁੜ ਗਿਆ ਸਿਰ ਦੇ। ਪਾਣੀ ਦਾ ਭਰਿਆ ਵੱਡੀ ਗਾਗਰ ਹੈ, ਵੱਡਾ ਕੁੰਭ ਹੈ, ਭਰਿਆ ਹੋਇਆ ਲਬਾ ਲਬ ਪਾਣੀ ਨਾਲ। ਕਹਿੰਦੇ ਸਿਰ ਨਾਲ ਜੁੜਿਆ, ਬੜੀ ਕੋਸ਼ਿਸ਼ ਕੀਤੀ ਲਾਉਣ ਦੀ, ਕੋਈ ਤੰਤਰਾਂ ਮੰਤਰਾਂ ਨੂੰ ਜਾਣ ਦੀ ਕੋਈ ਆਮ ਥੋੜੀ ਆ ਉਹ, ਪਰ ਸਿਰ ਤੇ ਪਾਣੀ ਦਾ ਭਾਰ ਵੀ ਸੀ, ਪਰ ਘੜਾ ਲੱਥਦਾ ਹੀ ਨਹੀਂ। ਬੜੀ ਕੋਸ਼ਿਸ਼ ਕੀਤੀ, ਸਿਰ ਵੀ ਨੀਵਾ ਕੀਤਾ, ਨਾ ਘੜੇ 'ਚੋਂ ਪਾਣੀ ਡੁੱਲੇ ਤੇ ਨਾ ਘੜਾ ਲੱਥੇ। ਜਿਸਮ ਦੇ ਨਾਲ ਹੀ ਜੁੜ ਗਿਆ, ਮਾਸ ਦੇ ਨਾਲ ਹੀ ਜੁੜਿਆ ਹੋਇਆ ਘੜਾ। ਕਹਿੰਦੇ ਹਲਾਇਆ ਬੜਾ, ਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਲੱਥਾ ਹੀ ਨਾ। ਭਿਆ ਭਿਆ ਭੰਨੀ ਮਰਦਾਨੇ ਜਬੈ, ਕਹੋ ਵਾਹਿਗੁਰੂ ਗੁਰਬਾਣੀ ਉਚਾਰੀ। ਜਦੋਂ ਸਤਿਗੁਰਾਂ ਨੇ ਖੇਡ ਵਰਤਾ ਦਿੱਤੀ, ਉਸ ਔਰਤ ਦੇ ਸਿਰ ਦੇ ਨਾਲ ਘੜਾ ਚਿਪਕ ਗਿਆ, ਲੱਥਦਾ ਨਹੀਂ। ਕਹਿੰਦੇ ਸਾਰੀਆਂ ਔਰਤਾਂ ਉਸ ਪਾਸੇ ਹੋਈਆਂ ਵੀ ਸਿਰ ਤੋਂ ਘੜਾ ਲਾ ਦਈਏ, ਹਮਦਰਦਣਾ। ਕਿਉਂਕਿ ਮਾੜੇ ਬੰਦੇ ਦੇ ਹਮਦਰਦੀ ਬਹੁਤ ਹੁੰਦੇ ਆ, ਚੰਗਾ ਹਮੇਸ਼ਾ ਹੀ ਇਕੱਲਾ ਹੁੰਦਾ। ਸੱਚੇ ਬੰਦੇ ਨਾਲ ਨਾ ਰਿਸ਼ਤੇਦਾਰ ਖੜਦੇ, ਨਾ ਪਰਿਵਾਰ ਖੜਦਾ, ਨਾ ਮਿੱਤਰ ਦੋਸਤ ਖੜਨਗੇ ਕਿਹਦੇ ਨਾਲ। ਪਤਾ ਇਹਦੀ ਜੇਬ ਭਾਰੀ, ਇਹਦੇ ਨਾਲ ਯਾਰੀ ਲਾਓ, ਕੋਈ ਫਾਇਦਾ ਹੋਏਗਾ। ਜਦੋਂ ਕਹਿੰਦੇ ਸਾਰੀਆਂ ਔਰਤਾਂ ਉਸ ਔਰਤ ਦੇ ਦੁਆਲੇ ਹੋਈਆਂ, ਉੱਧਰੋਂ ਭਾਈ ਮਰਦਾਨਾ ਜੀ ਨੇ ਕੀਲੇ ਨਾਲ ਬੱਧਿਆਂ ਵਿਹੜੇ 'ਚ ਆਵਾਜ਼ ਦਿੱਤੀ, ਭਇਆ ਭਇਆ ਦੀ। ਦੀਨ ਦੁਨੀਆ ਦੇ ਮਾਲਕ ਇੱਕਦਮ ਤੁਰੇ ਆ, ਕੋਲੇ ਆਏ। ਸਤਿਗੁਰਾਂ ਨੇ ਦੋਨੇ ਹੱਥਾਂ ਦੇ ਨਾਲ ਗਲ ਪਾਇਆ, ਧਾਗਾ ਤੋੜ ਦਿੱਤਾ। ਜਦੋਂ ਧਾਗਾ ਤੋੜਿਆ, ਰਸਨਾ ਤੋਂ ਆਖਿਆ, ਬੋਲ ਮਰਦਾਨਿਆਂ ਵਾਹਿਗੁਰੂ। ਕਹਿੰਦੇ ਵਾਹਿਗੁਰੂ ਕਹਿਣ ਦੀ ਦੇਰ ਸੀ, ਭਾਈ ਮਰਦਾਨੇ ਦੀ ਗਲ ਦਾ ਰੱਸਾ ਟੁੱਟਿਆ, ਹੱਥ ਜੋੜ ਖੜਾ ਹੋ ਗਿਆ। ਆਖੋ ਸਤਨਾਮ। ਗੁਰੂ ਬਾਬਾ ਜੀ ਦੇ ਚਰਨਾਂ ਨਾਲ ਇਦਾਂ ਜੁੜ ਗਿਆ ਜਿਵੇਂ ਲੋਹੇ ਨਾਲ ਚੁੰਬਕ ਜੁੜਦੀ ਹੈ। ਸਤਿਗੁਰਾਂ ਨੇ ਥਾਪੜਾ ਦਿੱਤਾ। ਡਰੇ ਹੋਏ ਨੇ ਭਾਈ ਮਰਦਾਨਾ, ਘਬਰਾਏ ਹੋਏ ਹਨ। ਜੋ ਭੰਨ ਤੇ ਗਰ ਤੰਤ ਗਈ ਟੁੱਟ, ਭਾ ਤਨ ਮਾਨਵ ਟਾਮਣ ਟਾਰੇ। ਮਨੁੱਖਾ ਸਰੀਰ ਭਾਈ ਮਰਦਾਨਾ ਜੀ ਦਾ ਹੋਇਆ। ਸਤਿਗੁਰਾਂ ਨੇ ਸੀਸ ਤੇ ਹੱਥ ਰੱਖਿਆ, ਕਹਿੰਦੇ ਮੰਤਰਾਂ ਦਾ ਪ੍ਰਭਾਵ ਘਟ ਗਿਆ, ਖਤਮ ਹੀ ਹੋ ਗਿਆ। ਕੱਲਾ ਸਰੀਰ ਨਹੀਂ ਬਦਲਿਆ, ਮੰਤਰਾਂ ਦਾ ਅਸਰ ਬੁੱਧ ਤੇ ਹੋ ਰਿਹਾ ਸੀ, ਮਤ ਤੇ ਹੋ ਰਿਹਾ ਸੀ। ਮਨੁੱਖਾ ਸਰੀਰ ਵਿੱਚ ਭਾਈ ਮਰਦਾਨਾ ਜੀ ਨੂੰ ਜਦੋਂ ਵੇਖਿਆ ਨਾ, ਉਹ ਸਾਰੀਆਂ ਔਰਤਾਂ ਜਿਹੜੀਆਂ ਘੜਾ ਲਾਉਣ ਦੀ ਕੋਸ਼ਿਸ਼ ਕਰਦੀਆਂ ਸੀ, ਉਸ ਔਰਤ ਦੇ ਘਰੇ ਇਕੱਠ ਹੋ ਗਿਆ ਜੀ, ਗਲੀ ਭਰ ਗਈ ਵੀ ਇਹ ਕੀ ਹੋ ਰਿਹਾ। ਜਦੋਂ ਭਾਈ ਮਰਦਾਨਾ ਜੀ ਨੂੰ ਪਹਿਲੇ ਰੂਪ 'ਚ ਵੇਖਿਆ, ਇੱਕਦਮ ਲੋਕ ਅਚਰਜ ਹੋ ਗਏ, ਹੈਰਾਨ ਹੋ ਗਏ। ਕਹਿੰਦੇ ਲੱਗਦਾ ਬੰਗਾਲ ਦੇ ਜਾਦੂਗਰ ਨੇ। ਆਖੋ ਸਤਨਾਮ। ਇਹ ਬਾਬੇ ਕੌਣ ਨੇ? ਰੌਲਾ ਪੈ ਗਿਆ ਵੀ ਜਿਨ੍ਹਾਂ ਨੇ ਕੀਲ ਕੇ ਮੰਤਰ ਲਾਏ ਹੋਏ। ਇੱਕ ਤੇ ਮੰਤਰ ਹੁੰਦਾ ਸਿੱਧਾ ਪੜ੍ਹਨਾ, ਇੱਕ ਹੁੰਦਾ ਕੀਲ ਦੇਣਾ। ਇਹ ਸਿਆਣਪਾਂ ਕਰਨ ਵਾਲੇ ਤਾਂਤਰਿਕ ਜਾਣਦੇ ਆ, ਕੀਲੀ ਹੋਈ ਚੀਜ਼ ਦਾ ਖਹਿੜਾ ਕੋਈ ਤਾਂਤਰਿਕ ਵੀ ਨਹੀਂ ਛੁਡਾ ਸਕਦਾ। ਭਾਈ ਮਰਦਾਨਾ ਜੀ ਨੂੰ ਐਸਾ ਕਿਲਿਆ ਹੋਇਆ ਸੀ ਵੀ ਇਹਨਾਂ ਤੋਂ ਕੋਈ ਮੰਤਰ ਲਾ ਨਹੀਂ ਸਕਦਾ, ਸਾਰੀ ਜ਼ਿੰਦਗੀ ਇਦਾਂ ਹੀ ਰਹੂ। ਪਰ ਗੁਰੂ ਬਾਬਾ ਜੀ ਨੇ ਰਸਨਾ ਤੋਂ ਵਾਹਿਗੁਰੂ ਕਹਿ ਕੇ ਧਾਗਾ ਤੋੜਿਆ। ਕਹਿੰਦੇ ਮਨੁੱਖਾ ਸਰੀਰ ਵਿੱਚ ਜਦੋਂ ਉੱਠੇ ਨੇ ਭਾਈ ਮਰਦਾਨਾ, ਸਤਿਗੁਰਾਂ ਦੇ ਚਰਨਾਂ ਤੇ ਲੰਮੇ ਪੈ ਗਏ। ਮਹਾਰਾਜ ਨੇ ਉਠਾਇਆ ਤੇ ਘੁੱਟ ਕੇ ਗਲ ਨਾਲ ਲਾਇਆ। ਪਰ ਅਜੇ ਵੀ ਭਾਈ ਮਰਦਾਨਾ ਜੀ ਨੂੰ ਡਰ ਲੱਗਦਾ, ਸਰੀਰ ਕੰਬਦਾ, ਕਿਉਂਕਿ ਜੋ ਕੁਝ ਉਹਦੇ ਨਾਲ ਬੀਤਿਆ ਹੋਇਆ ਉਹ ਉਹੀਓ ਜਾਣਦੇ ਆ। ਉਧਰ ਉਹ ਔਰਤ ਆਪਣੇ ਸਿਰ ਤੋਂ ਘੜਾ ਲਾਉਣ ਦੀ ਕੋਸ਼ਿਸ਼ ਕਰਦੀ ਹੈ, ਦੂਜੇ ਪਾਸੇ ਭਾਈ ਮਰਦਾਨਾ ਜੀ ਵਾਲਾ ਚੋਜ ਵੇਖ ਸਾਰੇ ਹੈਰਾਨ ਹੋ ਗਏ। ਲੇ ਰਬਾਬ ਧਰੇ ਨਿਜ ਕੰਦ, ਆਇਓ ਢਿਗ ਲੱਜਤ ਹੀਰ ਅਗਾਰੀ। ਭਾਈ ਬਾਲਾ ਜੀ ਆਖਦੇ ਐ ਗੁਰੂ ਅੰਗਦ ਦੇ ਪਾਤਸ਼ਾਹ ਜੀ, ਮੈਂ ਕਿਹਾ ਮਰਦਾਨਿਆਂ ਚੁੱਕ ਆਪਣੀ ਰਬਾਬ, ਪੀ ਲਿਆ ਪਾਣੀ।
ਕਹਿੰਦੇ ਸ਼ਰਮਾ ਕੇ ਸਿਰ ਨੀਵਾਂ ਕਰ ਲਿਆ। ਅੱਧਾ ਗਲਾਸ ਹੀ ਪੀਣਾ ਨਸੀਬ ਹੋਇਆ ਸੀ। ਉਸ ਵੇਲੇ ਉਸ ਪਾਪਣ ਨੇ ਕਪਟ ਖੇਲਤਾ, ਚਲਾਕੀ ਖੇਲ ਲਈ। ਉਹ ਦਰਵੇਸ਼ ਤੇ ਆਪਣੇ ਪਿੰਡ ਬਾਰੇ ਦੱਸਦਾ ਸੀ, ਮੈਂ ਪੰਜਾਬੋਂ ਆਇਆ ਸੀ ਤੇ ਦੇਖਣ ਆਇਆ ਜੀ, ਘੁੰਮਣ ਆਇਆ ਸਮੁੰਦਰਾਂ ਤੇ। ਕੋਲੇ ਭਾਈ ਉਹਨੇ ਕਰਤੂਤ ਕੀਤੀ ਸੀ ਔਰਤ ਨੇ। ਕਹਿੰਦੇ ਭਾਈ ਮਰਦਾਨਾ ਜੀ ਨੂੰ ਇਹ ਮਹਿਸੂਸ ਹੋਇਆ ਵੀ ਮੈਂ ਅੱਜ ਵੀ ਸਤਿਗੁਰਾਂ ਦਾ ਬਚਨ ਤੋੜ ਕੇ ਆਇਆ ਸੀ, ਮੇਰੇ ਨਾਲ ਜੋ ਹੋਇਆ ਉਹ ਮੇਰੇ ਕਰਮ ਨੇ, ਇਹ 'ਚ ਗੁਰੂ ਸਾਹਿਬ ਦਾ ਕੋਈ ਕਸੂਰ ਨਹੀਂ ਹੈ, ਮੇਰੇ ਆਪਣੇ ਕਰਮ ਨੇ। ਭਾਈ ਬਾਲਾ ਜੀ ਕਹਿੰਦੇ ਮੈਂ ਥਾਪੜਾ ਦਿੱਤਾ, ਰਵਾਬ ਫੜਾਈ। ਭਾਈ ਮਰਦਾਨਾ ਜੀ ਨੇ ਰਵਾਬ ਫੜੀ, ਮੋਢੇ ਤੇ ਰੱਖ ਲਈ, ਪਰ ਅੰਦਰੋਂ ਮਹਿਸੂਸ ਕਰਦੇ ਆ, ਫੀਲ ਕਰਦੇ ਆ। ਇਨਸਾਨ ਉਹੀ ਹੈ ਜੋ ਇਨਸਾਨ ਹੋਏਗਾ ਨਾ, ਸੱਚਾ ਪੱਕਾ ਰੱਬ ਦਾ ਪਿਆਰਾ ਮਨੁੱਖ, ਉਹ ਗਲਤੀ ਕਰਕੇ ਪਛਤਾਏਗਾ ਤੇ ਮਹਿਸੂਸ ਕਰੇਗਾ। ਜੇ ਤੁਹਾਨੂੰ ਆਪਣੇ ਕੀਤੇ ਗੁਨਾਹਾਂ ਦਾ ਪ੍ਰਾਸ਼ਚਿਤ ਨਹੀਂ ਨਾ, ਕੀਤੀ ਹੋਈ ਗਲਤੀ ਦਾ ਕਦੇ ਅਹਿਸਾਸ ਨਹੀਂ, ਮਾਫੀ ਮੰਗਣੀ ਨਹੀਂ ਚਾਹੁੰਦੇ, ਸਮਝੋ ਤੁਹਾਡੇ ਜਿੱਡੇ ਬੱਜਰ ਪਾਪ ਕੀਤੇ ਦੁਨੀਆ 'ਚ ਐਡਾ ਪਾਪੀ ਕੋਈ ਨਹੀਂ। ਪਾਪੀ ਤੇ ਕਸਾਈ ਬੰਦਾ ਬੱਕਰਾ ਵੱਢ ਕੇ ਕਦੇ ਮਾਫੀ ਨਹੀਂ ਮੰਗਦਾ, ਪਛਤਾਉਂਦਾ ਨਹੀਂ। ਮੁਰਗੇ ਨੂੰ ਕੱਟ ਕੇ ਵੱਢ ਕੇ ਸਵਾਰ ਕੇ ਉਹ ਕਦੇ ਨਹੀਂ ਕਹਿੰਦਾ ਰੱਬਾ ਤੇਰਾ ਜੀਬ ਹੈ, ਪਰ ਰੱਬ ਦਾ ਪਿਆਰਾ ਫੁੱਲ ਤੋੜ ਕੇ ਵੀ ਰੱਬ ਤੋਂ ਮਾਫੀਆਂ ਮੰਗਦਾ। ਸੱਚੇ ਪਾਤਸ਼ਾਹ ਇਹ ਰੁੱਖ ਤੇ ਬੂਟੇ ਤੇ ਕਿੰਨਾ ਸੋਹਣਾ ਲੱਗਦਾ ਸੀ, ਮੈਂ ਇਹਨੂੰ ਉਸ ਤਣੇ ਨਾਲੋਂ ਵਿਛੋੜ ਦਿੱਤਾ, ਮੈਥੋਂ ਪਾਪ ਹੋ ਗਿਆ। ਫਰਕ ਹੈ ਨਾ। ਭਾਈ ਮਰਦਾਨਾ ਜੀ ਨੇ ਮਾਫੀ ਮੰਗੀ, ਸਤਿਗੁਰ ਕਹਿੰਦੇ ਨਹੀਂ ਮਰਦਾਨਿਆ, ਇਹ 'ਚ ਮਾਫੀ ਵਾਲੀ ਕਿਹੜੀ ਗੱਲ ਹੈ, ਤੇਰਾ ਤੇ ਧੰਨਵਾਦ, ਤੂੰ ਤੇ ਖੇਡਾਂ ਵਰਤਾਉਂਦਾ, ਤੂੰ ਇਹ ਕਿਰਪਾ ਕੀਤੀ ਹੈ, ਸਾਨੂੰ ਇਹਨਾਂ ਲੋਕਾਂ ਨਾਲ ਮਿਲਾਇਆ ਏ। ਹਰ ਕੀ ਸੀਸ ਪੇ ਕੁੰਭ ਲੱਗਾ, ਬਿਸਮਾਦ ਭਏ ਲਖ ਕੇ ਨਰ ਨਾਰੀ। ਦੀਨ ਦੁਨੀਆ ਦੇ ਮਾਲਕ ਸਤਿਗੁਰ ਜੀ ਉਸੇ ਘਰ 'ਚ ਇੱਕ ਪਲੰਘੇ ਤੇ ਬੈਠ ਗਏ। ਉਧਰ ਮਰਦ ਔਰਤ ਸਾਰਾ ਇਲਾਕਾ ਜਦੋਂ ਰੌਲਾ ਪੈ ਗਿਆ ਵੀ ਸਿਰ ਨਾਲ ਘੜਾ ਜੁੜ ਗਿਆ, ਫਿਰ ਇੱਕ ਤੋਂ ਇੱਕ ਕਲਾਕਾਰ ਆਉਂਦਾ। ਕਲਾਕਾਰ ਆਪਣੇ ਬੜੇ ਆ, ਕੋਈ ਗੱਡੀ ਦਾ ਲੌਕ ਖਰਾਬ ਹੋ ਜੇ 20 ਆਉਣਗੇ ਸਕੇਲ ਚੱਕ ਕੇ, ਇਦਾਂ ਨਹੀਂ ਇਦਾਂ ਖੁੱਲ੍ਹਦਾ। ਘਰ ਦਾ ਜਿੰਦਾ ਖਰਾਬ ਹੋ ਜੇ ਉਦੋਂ 20 ਆਉਣਗੇ, ਇਦਾਂ ਨਹੀਂ ਇਦਾਂ ਕਰ ਲਓ। ਰਸਤੇ 'ਚ ਕੋਈ ਗੱਡੀ ਖਰਾਬ ਹੋ ਜੇ ਉੱਥੇ ਬੜੇ ਮਿਲਣਗੇ, ਕਲਾਕਾਰ ਬੜੇ ਮਿਲਦੇ ਆ। ਤੁਹਾਡੀ ਘੜੀ ਖਰਾਬ ਹੋ ਜੇ, ਤੁਹਾਡਾ ਫੋਨ ਖਰਾਬ ਹੋ ਜੇ, ਕਹਿੰਦਾ ਲੈ ਮੈਂ ਠੀਕ ਕਰ ਦਿੰਦਾ, ਪਰ ਹੋਣਾ ਨਹੀਂ। ਹਰ ਬੰਦੇ ਨੇ ਕਹਿੰਦੇ ਆਪਣੀ ਜ਼ੋਰ ਅਜਮਾਇਸ਼ ਕੀਤੀ, ਜਿਉਂ-ਜਿਉਂ ਘੜਾ ਲਾਉਣ ਦਾ ਯਤਨ ਕਰਦੇ ਤਿਉਂ-ਤਿਉਂ ਸਿਰ ਫਟਣ ਵਾਲਾ ਹੁੰਦਾ, ਕਿਉਂਕਿ ਨਾਲ ਹੀ ਜੁੜ ਗਿਆ। ਸਿਰ ਦਾ ਖੋਪਰ ਲੱਥਣ ਵਾਲਾ ਹੋ ਗਿਆ ਘੜੇ ਦੇ ਨਾਲ, ਪਰ ਘੜਾ ਨਹੀਂ ਲੈਂਦਾ। ਬੜਿਆਂ ਨੇ ਯਤਨ ਕੀਤੇ, ਮੰਤਰ ਪੜ੍ਹੇ, ਜੰਤਰ ਪੜ੍ਹੇ, ਕੋਈ ਪਾਣੀ ਦੇ ਛੱਟੇ ਮਾਰਦਾ, ਕੋਈ ਕੁਝ ਕਰਦਾ, ਪਰ ਗੁਰੂ ਬਾਬਾ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਉੱਥੇ ਬੈਠੇ ਆ, ਭੱਜੇ ਨਹੀਂ, ਗਏ ਨਹੀਂ। ਜਦ ਕੇ ਜਾਣਦੇ ਮੰਤਰਾਂ ਦਾ ਦੇਸ਼ ਹੈ, ਤੰਤਰਾਂ ਦਾ ਦੇਸ਼ ਹੈ, ਜੰਤਰਾਂ ਦਾ ਦੇਸ਼ ਹੈ। ਇੱਥੋਂ ਦੀ ਤੇ ਰਾਣੀ ਖੁਦ ਜਾਦੂ ਕਰਨੀ ਹੈ, ਖੁਦ ਵੱਡੇ ਵੱਡੇ ਲੋਕਾਂ ਨੂੰ ਉਹਨੇ ਸਜ਼ਾਏ ਮੌਤ ਦਿੱਤੀ ਹੈ ਜਾਦੂ ਦੇ ਨਾਲ। ਪਰ ਗੁਰੂ ਪਾਤਸ਼ਾਹ ਅਡੋਲ ਬੈਠੇ ਰਹੇ, ਤਮਾਸ਼ਾ ਵੇਖਦੇ ਰਹੇ। ਜਿਸ ਔਰਤ ਨੇ ਘਰ ਆਏ ਰੱਬ ਦੇ ਪਿਆਰਿਆਂ ਦਾ ਤਮਾਸ਼ਾ ਕੀਤਾ ਨਾ, ਅੱਜ ਤਮਾਸ਼ਾ ਬਣ ਗਈ। ਆਖੋ ਸਤਨਾਮ। ਪਰਮਾਤਮਾ ਕਦੇ ਕਿਸੇ ਤੋਂ ਦੂਰ ਨਹੀਂ, ਭਾਵੇਂ ਕੋਈ ਚੰਗਾ ਹੈ ਭਾਵੇਂ ਕੋਈ ਮਾੜਾ ਹੈ। ਅੱਜ ਤੁਹਾਡਾ ਸਮਾਂ, ਤੁਸੀਂ ਕਿਸੇ ਨਾਲ ਮਨਾਈਆਂ ਕਰ ਲਓ, ਬੁਰਾ ਕਰ ਲਓ, ਇੱਕ ਦਿਨ ਵਕਤ ਆਏਗਾ ਰੱਬ ਉੱਥੇ ਹੀ ਹੋਏਗਾ। ਤੁਹਾਡੇ ਨਾਲ ਜੋ ਕੁਝ ਹੋਏਗਾ ਫਿਰ ਰੋਵੋਗੇ, ਚੀਕਾਂ ਮਾਰੋਗੇ, ਹਾਏ ਰੱਬਾ ਅਸੀਂ ਕਿਸੇ ਦਾ ਕੀ ਵਿਗਾੜਿਆ। ਫਿਰ ਬੰਦੇ ਨੂੰ ਆਪਣਾ ਵਕਤ ਯਾਦ ਆਉਂਦਾ ਹੈ, ਕਦੋਂ ਕੌੜੀ ਜ਼ੁਬਾਨ ਨਾਲ ਕਿਹਨੂੰ ਕਿਹਨੂੰ ਮਾੜਾ ਬੋਲਿਆ, ਕਿਹਦਾ ਕਿਹਦਾ ਬੁਰਾ ਕੀਤਾ। ਬੁਰਾ ਕਰਕੇ ਮੈਂ ਜੋ ਇਕੱਠਾ ਕੀਤਾ ਮੇਰੇ ਨਾਲ ਨਹੀਂ ਜਾਏਗਾ, ਬਦ ਦੁਆਵਾਂ ਨਾਲ ਜਾਣਗੀਆਂ। ਪਰ ਅਸੀਸਾਂ ਤੇ ਕਿਸੇ ਵਿਰਲੇ ਨੇ ਲਈਆਂ ਨਹੀਂ ਨਾ। ਹੁਣ ਇਹ ਉਹ ਔਰਤ ਹੈ ਜਿਹਨੇ ਬਦ ਦੁਆਵਾਂ ਹੀ ਖੱਟੀਆਂ, ਭਾਵੇਂ ਮਰਜ ਨੇ ਕੁਝ ਨਹੀਂ ਉਹਨੂੰ ਕਿਹਾ। ਭਾਈ ਮਰਦਾਨੇ ਦਾ ਅੰਦਰ ਅਸੀਸਾਂ ਦਿੰਦਾ ਉਹਨੂੰ। ਜੇ ਇਸ ਔਰਤ ਨੇ ਅੱਜ ਆਪਣਾ ਕੀਤਾ ਭੁਗਤਿਆ, ਇਹ 'ਚ ਰੱਬ ਦਾ ਕੀ ਕਸੂਰ ਹੈ। ਉਹਨੇ ਭਾਈ ਮਰਦਾਨਾ ਦਰਵੇਸ਼ ਬੰਦੇ ਨਾਲ ਧੋਖਾ ਕੀਤਾ ਹੈ ਤੇ ਸਿਰ ਨਾਲ ਘੜਾ ਜੁੜ ਗਿਆ। ਹੁਣ ਉਹ ਚੀਕਾਂ ਮਾਰਦੀ, ਰੋਂਦੀ, ਪਛਤਾਉਂਦੀ ਹੈ, ਬਦ ਦੁਆਵਾਂ ਦਿੰਦੀ, ਮਾੜਾ ਬੋਲਦੀ, ਰੱਬਾ ਮੇਰੇ ਨਾਲ ਕੀ ਕਰਤਾ। ਕਹਿੰਦੇ ਸਾਰਿਆਂ ਨੇ ਮੰਤਰ ਤੰਤਰ ਪੜ੍ਹੇ, ਪਿੰਡ ਸ਼ਹਿਰ 'ਚ ਰੌਲਾ ਪੈ ਗਿਆ। ਵੱਡੇ ਵੱਡੇ ਜਾਦੂਗਰ ਭੱਜੇ ਆਏ, ਕਿਉਂਕਿ ਇੱਥੇ ਤੇ ਗਲੀ ਗਲੀ ਜਾਦੂਗਰ ਹੈ। ਗਲੀ ਗਲੀ ਵਿੱਚ ਵੱਡਾ ਤਾਂਤਰਿਕ ਬੈਠਾ ਏ, ਧੂਫਾਂ ਲਾਈਆਂ, ਮੰਤਰ ਪੜ੍ਹੇ, ਪਾਣੀ ਦੇ ਛੱਟੇ ਦਿੱਤੇ, ਪਰ ਕਿਸੇ ਤੋਂ ਘੜਾ ਲੱਥਿਆ ਹੀ ਨਾ। ਬਹੁ ਕੀਨ ਪਰਿਆਸ ਭਏ ਸਭ ਬਾਦ, ਪਖਾਣ ਪਿਦੈ ਨੇ ਬੁੰਦ ਕੇ ਮਾਰੀ। ਹਜ਼ਾਰਾਂ ਯਤਨ ਕੀਤੇ, ਹਜ਼ਾਰਾਂ ਲੋਕਾਂ ਨੇ, ਇੱਕ ਅੱਧੇ ਨੇ ਨਹੀਂ। ਕਹਿੰਦੇ ਸਭ ਦੇ ਯਤਨ ਨਿਸ਼ਫਲ ਹੋਏ। ਬਹੁਤ ਯਤਨ ਕੀਤੇ, ਗੱਲ ਨਾ ਬਣੀ। ਇਦਾਂ ਸਮਝ ਲਓ
ਕੋਈ ਬੰਦਾ ਪਾਣੀ ਦੀ ਬੂੰਦ ਨਾਲ ਪੱਥਰ ਤੋੜਨਾ ਚਾਹੁੰਦਾ, ਟੁੱਟੇਗਾ ਜੀ? ਕਦੇ ਵੀ ਨਹੀਂ। ਪਾਣੀ ਦੀ ਇੱਕ ਡ੍ਰੌਪ, ਇੱਕ ਬੂੰਦ ਪੱਥਰ ਨਹੀਂ ਤੋੜ ਸਕਦੀ। ਕਹਿੰਦੇ ਇਹਨਾਂ ਲੋਕਾਂ ਦੀਆਂ ਕੋਸ਼ਿਸ਼ਾਂ ਪਾਣੀ ਦੀਆਂ ਬੂੰਦਾਂ ਸੀ। ਗੁਰੂ ਪਾਤਸ਼ਾਹ ਨੇ ਤੇ ਐਸੀ ਖੇਡ ਵਰਤਾਈ, ਉਹ ਮਿੱਟੀ ਦਾ ਘੜਾ ਵੀ ਪੱਥਰ ਬਣ ਗਿਆ, ਉਹ ਚੋਂ ਪਾਣੀ ਵੀ ਇੱਕ ਬੂੰਦ ਸਿਮਦਾ ਨਹੀਂ। ਇਹ ਖੇਡ ਨਹੀਂ ਗੁਰੂ ਸਾਹਿਬ ਦੀ ਕਰਾਮਾਤ ਨਹੀਂ ਤੇ ਹੋਰ ਕੀ ਹੈ? ਕਰਾਮਾਤਾਂ ਮਹਾਰਾਜ ਨੇ ਉਦੋਂ ਵਰਤਾਈਆਂ ਜਦੋਂ ਕਿਸੇ ਨੇ ਅੱਤ ਚੁੱਕ ਲਈ, ਕਿਸੇ ਨੇ ਕਿਸੇ ਦਾ ਬੁਰਾ ਕੀਤਾ ਏ। ਆਪਣੀ ਮਹਿਮਾ ਕਰਾਉਣ ਵਾਸਤੇ ਸਤਿਗੁਰਾਂ ਨੇ ਕਦੇ ਕਰਾਮਾਤ ਨਹੀਂ ਵਰਤਾਈ, ਕਦੇ ਵੀ। ਰਾਮ ਰਾਏ ਜੀ ਆਪਣੀ ਮਹਿਮਾ ਲਈ ਕਰਾਮਾਤ ਵਰਤਾਉਂਦੇ ਸੀ ਤੇ ਮਹਾਰਾਜ ਕਹਿੰਦੇ ਜਿੱਧਰ ਮੂੰਹ ਉੱਧਰ ਚਲਿਆ ਜਾ, ਸਾਡੇ ਘਰ ਨਾ ਹੀ ਆਈ। ਕਰਾਮਾਤ ਰੱਬ ਦੀ ਦਾਤ ਹੈ। ਵਰਤਾਉਣੀ ਉਦੋਂ ਹੈ ਜਦੋਂ ਕਿਸੇ ਦਾ ਦੁੱਖ ਵੇਖਿਆ ਨਾ ਜਾਵੇ, ਕਿਸੇ ਤੇ ਅਤਿਆਚਾਰ ਹੋਵੇ। ਪਰ ਆਪਣੀ ਤਾਰੀਫ ਲਈ, ਆਪਣੀ ਸਿਫਤ ਲਈ ਵਰਤਾਈ ਹੋਈ ਕਰਾਮਾਤ ਅੱਜ ਵੀ ਕਹਿਰ ਹੈ, ਉਦੋਂ ਵੀ ਕਹਿਰ ਸੀ। ਆਪਣੀ ਸਿਫਤ ਲਈ ਗੁਰੂ ਬਾਬਾ ਜੀ ਬੈਠੇ ਆ, ਕਹਿੰਦੇ ਲੋਕ ਹੰਭ ਗਏ। ਉਹ ਔਰਤ ਨੇ ਬੜੇ ਯਤਨ ਦੱਸੇ, ਇੱਦਾਂ ਕਰ ਲਓ, ਇੱਦਾਂ ਕਰ ਲਓ, ਪਰ ਹੰਕਾਰੀ ਇੰਨੀ ਹੋਈ ਹੈ, ਇੱਕ ਵਾਰ ਵੀ ਨਹੀਂ ਕਿਹਾ ਮਹਾਂਪੁਰਖਾਂ ਤੋਂ ਮਾਫੀ ਮੰਗ ਲਓ, ਆਖੋ ਸਤਨਾਮ। ਕਿਉਂਕਿ ਚਲਾਕ ਤੇ ਸਿਆਣਾ ਬੰਦਾ ਮਾਇਆ ਧਾਰੀ ਸੋਚਦਾ ਮੈਂ ਮਾਇਆ ਨਾਲ ਸਭ ਕੁਝ ਖਰੀਦ ਲੂੰ। ਸੱਚੀ ਗੱਲ ਹੈ, ਖਰੀਦ ਸਕਦਾ ਸਾਰਾ ਕੁਝ, ਚੰਗਾ ਵਕਤ ਨਹੀਂ ਖਰੀਦ ਸਕਦਾ, ਸਾਹ ਨਹੀਂ ਖਰੀਦ ਸਕਦਾ, ਤੰਦਰੁਸਤੀ ਨਹੀਂ ਖਰੀਦ ਸਕਦਾ। ਮਾਇਆ ਨਾਲ ਪਦਾਰਥ ਖਰੀਦੇ ਜਾ ਸਕਦੇ ਆ, ਬਿਸਤਰੇ ਖਰੀਦੇ ਜਾ ਸਕਦੇ ਆ, ਮਾਇਆ ਨਾਲ ਨੀਂਦ ਨਹੀਂ ਖਰੀਦੀ ਜਾ ਸਕਦੀ। ਮਾਇਆ ਕਰਕੇ ਸੁੱਖਾਂ ਦੇ ਸਾਧਨ ਖਰੀਦੇ ਜਾ ਸਕਦੇ ਆ, ਪਰ ਮਨ ਨੂੰ ਸੁਖੀ ਮਾਇਆ ਨਹੀਂ ਕਰ ਸਕਦੀ। ਇੱਥੇ ਇਸ ਔਰਤ ਨੇ ਕਹਿੰਦੇ ਆਪਣਾ ਪੂਰਾ ਜ਼ੋਰ ਲਾਇਆ, ਇਲਾਕੇ 'ਚ ਬੜੀ ਮਸ਼ਹੂਰ ਹੈ, ਵੱਡੀ ਤਾਂਤਰਿਕ ਹੈ, ਕੋਈ ਮਾੜੀ ਮੋਟੀ ਥੋੜਾ ਵੀ ਜਿਹਨੇ ਗੁਰੂ ਸਾਹਿਬ ਦੇ ਸਿੱਖ ਨਾਲ ਟੱਕਰ ਲੈ ਲਈ। ਵਾਹਵਾ ਸਮਾਂ ਲੰਘ ਗਿਆ ਜੀ, ਨਿਸ਼ਫਲ ਹੋ ਰਹੇ ਨੇ ਯਤਨ, ਵਿਫਲ ਹੋ ਰਹੇ ਆ। ਆਖਰਕਾਰ ਗੱਲ ਚੱਲੀ ਵੀ ਇਸ ਇਲਾਕੇ ਵਿੱਚ ਕੋਈ ਵੱਡਾ ਜਾਦੂਗਰ ਤੇ ਤਾਂਤਰਿਕ ਹੋਵੇ, ਉਹਨੂੰ ਬੁਲਾਓ ਤਾਂ ਜੋ ਆਪਣੀ ਮਾਇਆ ਦੇ ਨਾਲ ਘੜਾ ਉਤਾਰ ਦੇਵੇ। ਪੜ ਮੰਤਰਨ ਜੰਤਰਨ ਕੋ ਲਿਖ ਕੇ, ਕਰ ਤੰਤਰਨ ਕੋ ਸਭ ਹੀ ਤਿਹਾਰੀ। ਸਭ ਕੁਝ ਕਰ ਕਰ ਵੇਖਿਆ, ਕਾਗਜ਼ਾਂ ਤੇ ਮੰਤਰ ਲਿਖ ਲਿਖ ਪਾਣੀ ਵਿੱਚ ਘੋਲ ਕੋਲ, ਘੜੇ ਤੇ ਛਿੱਟੇ ਮਾਰੇ, ਔਰਤ ਨੂੰ ਪਿਲਾਏ, ਕੁਛ ਨਹੀਂ ਹੋ ਰਿਹਾ। ਮੰਤਰ ਪੜ ਪੜ ਕੇ ਫੂਕਾਂ ਮਾਰੀਆਂ ਜਾ ਰਹੀਆਂ ਨੇ, ਗਲਾਂ 'ਚ ਧਾਗੇ ਪਾਏ ਜਾ ਰਹੇ ਨੇ, ਕੁਝ ਵੀ ਨਹੀਂ ਹੋ ਰਿਹਾ। ਕਿਉਂਕਿ ਖੁਦ ਔਰਤ ਉਹ ਤਾਂਤਰਿਕ ਹੈ, ਸਭ ਕੁਝ ਕਰਨ ਵਾਲੀ, ਪਰ ਸਭ ਕੁਝ ਨਿਸ਼ਫਲ ਹੈ, ਬੇਫਲ ਹੈ, ਕੁਝ ਵੀ ਨਹੀਂ ਹੁੰਦਾ। ਫਿਰ ਉਹਨਾਂ ਵਰਤੀ ਤੰਤਰ ਵਿਦਿਆ। ਤੰਤਰ ਵਿਦਿਆ ਜੰਤਰ ਤੇ ਮੰਤਰ ਤੋਂ ਵੱਡੀ ਹੈ। ਇਹ ਵਿਦਿਆ ਬੜੀ ਘਾਤਕ ਤੇ ਖਤਰਨਾਕ ਹੈ। ਇਸ ਵਿਦਿਆ ਦੇ ਵਿੱਚ ਕੇਵਲ ਜਿਨਾਤ ਕੰਮ ਕਰਦੇ ਆ, ਜਿੰਨ। ਬੰਦਾ ਕੰਮ ਨਹੀਂ ਕਰਦਾ, ਜੋ ਕਹੋਗੇ ਉਹਨਾਂ ਕਰ ਦੇਣਾ, ਕਰਕੇ ਵਿਖਾਉਂਦੇ ਆ। ਅੰਨਾ ਜ਼ੋਰ ਆ ਉਹਨਾਂ 'ਚ। ਕਹਿੰਦੇ ਤੰਤਰ ਵਿਦਿਆ ਪੜ੍ਹੀ ਉਹਨਾਂ ਜਿਨ੍ਹਾਂ ਨੇ, ਉਹਨਾਂ ਵੀਰਾਂ ਨੇ ਜ਼ੋਰ ਲਾਇਆ ਇਸ ਘੜੇ ਨੂੰ ਲਾਉਣ ਦਾ, ਤੋੜਨ ਦਾ, ਹਿਲਾਉਣ ਦਾ, ਸਾਰੀ ਫੇਲ ਹੋ ਗਏ। ਕਿਉਂਕਿ ਘੜਾ ਜੋੜਨ ਵਾਲਾ ਵੀ ਤੇ ਪਰਮੇਸ਼ਰ, ਆਖੋ ਸਤਨਾਮ। ਕੋਈ ਦੁਨੀਆਦਾਰ ਥੋੜੀ ਮਾੜਾ ਮੋਟਾ ਸਾਧ ਬਾਬਾ ਫੂਕ ਮਾਰਿਆ ਡੋਲ ਜਾਊਗਾ। ਜਦੋਂ ਮੰਤਰ ਤੰਤਰ ਜੰਤਰ ਪੜ੍ਹ ਕੇ ਹਾਰ ਗਏ, ਆਖਰਕਾਰ ਬੈਠ ਗਏ, ਕਹਿੰਦੇ ਹੁਣ ਕੁਝ ਵੀ ਹੋਣਾ ਨਹੀਂ। ਘਟ ਕੂਟ ਸੁਬਾਨ ਉਪਾਈ ਚਲਾਵਤ, ਖੰਡਤ ਹੋ ਨਾ ਚਲੇ ਉਪਚਾਰੀ। ਫਿਰ ਸੋਚਿਆ ਵੀ ਘੜਾ ਤੋੜ ਦਈਏ, ਵੀ ਚਲੋ ਜੇ ਸਿਰ ਤੋਂ ਨਹੀਂ ਲੱਥਦਾ ਭਾਰ ਹੀ ਘਟੂਗਾ। ਕਹਿੰਦੇ ਪੱਥਰ ਮਾਰ ਮਾਰ ਕੇ ਜਦੋਂ ਘੜਾ ਤੋੜਨਾ ਚਾਹਿਆ, ਸੋਟੀਆਂ ਮਾਰ ਮਾਰੋ, ਕਹਿੰਦੀ ਮੇਰਾ ਸਿਰ ਪੋਲਾ ਕਰਤਾ ਮਾਰ ਮਾਰ ਕੇ, ਨਾ ਤੋੜੋ ਇਹਨੂੰ, ਟੁੱਟਦਾ ਹੀ ਨਹੀਂ। ਘੜਾ ਵੀ ਪੱਥਰ ਹੋਇਆ। ਕਹਿੰਦੇ ਜੀ ਬੜੀਆਂ ਮਾਰਾਂ ਮਾਰੀਆਂ, ਹੁਣ ਸਿਰ ਦਾ ਕੀ ਬਣਿਆ ਪਿਆ, ਤੂੜੀ ਵਾਲਾ ਕੁੱਪ। ਜਿਹੜਾ ਦੇਖਦਾ ਦੇਖ ਸੁਣ ਘੜੇ ਤੇ, ਹੁਣ ਘੜਾ ਤੇ ਜੁੜਿਆ ਸਿਰ ਨਾਲ, ਮਾਸ ਨਾਲ ਜੁੜਿਆ, ਦਰਦ ਤੇ ਹੋਣਾ ਨਾ ਸਰੀਰ ਨੂੰ। ਜਦੋਂ ਕਹਿੰਦੇ ਜ਼ੋਰ ਲਾ ਲੇ, ਘੜਾ ਤੋੜਿਆ ਟੁੱਟਦਾ ਨਹੀਂ, ਫੋੜਿਆ ਫੁੱਟਦਾ ਨਹੀਂ, ਪਾਣੀ ਡੁੱਲਦਾ ਨਹੀਂ। ਪਰ ਅਜੇ ਵੀ ਇਹ ਪਾਪੀ ਲੋਕ ਮੰਨਣ ਲਈ ਤਿਆਰ ਨਹੀਂ ਵੀ ਉਹ ਵੱਡਾ ਤੇ ਅਸੀਂ ਛੋਟੇ। ਇਹਨੂੰ ਕਹਿੰਦੇ ਹੰਕਾਰ। ਬੰਦੇ ਨੂੰ ਆਪਣੇ ਗੁਣਾਂ ਦਾ ਹੰਕਾਰ ਹੁੰਦਾ ਹੈ, ਆਪਣੀ ਹਉਮੈ ਦਾ ਹੰਕਾਰ ਹੁੰਦਾ, ਆਪਣੇ ਖਿਆਲਾਂ ਦਾ ਹੰਕਾਰ ਹੁੰਦਾ। ਲੱਗਦਾ ਸੀ ਸ਼ਾਇਦ ਕੋਈ ਨਾ ਕੋਈ ਹੱਲ ਤਰੀਕਾ ਕਰਾਂ। ਤੰਤਰ ਮੰਤਰ ਵਿਦਿਆ ਸਾਰੀ ਫੇਲ ਹੋ ਗਈ। ਫਿਰ ਹੋਰ ਲੋਕਾਂ ਨੂੰ ਬੁਲਾਇਆ, ਉਹਨਾਂ ਯਤਨ ਕੀਤਾ ਵੀ ਇਸ ਘੜੇ ਨੂੰ ਉਤਾਰਿਆ ਜਾਏ, ਖੁਰਚਿਆ ਜਾਏ। ਪਰ ਕਹਿੰਦੇ ਜਿਉਂ-ਜਿਉਂ ਖੁਰਚਣਾ ਸ਼ੁਰੂ ਕੀਤਾ, ਖੂਨ ਨਿਕਲਣ ਲੱਗ ਪਿਆ, ਸਿਮਣ ਲੱਗ ਪਿਆ। ਉਹ ਔਰਤ ਹਾਏ ਹਾਏ ਕਰਕੇ ਤੜਫਦੀ ਹੈ, ਤੜਫ ਰਹੀ ਹੈ। ਰੱਬ ਥੋੜੀ ਦੁੱਖ ਦੇ ਰਿਹਾ ਹੈ, ਉਹਦੀ ਕਰਤੂਤਾਂ ਦੁੱਖ ਦੇ ਰਹੀਆਂ, ਕੀਤੇ ਕਰਮ ਦੁੱਖ ਦੇ ਰਹੇ ਨੇ। ਪਰ ਕਹਿੰਦੇ ਜਦੋਂ ਘੜਾ ਨਾ ਹਿੱਲਿਆ, ਨਾ ਲੱਥਿਆ, ਚੁੱਪੀ ਛਾ ਗਈ। ਚੁੱਪ ਚਾਪ
ਕਦੇ ਉਸ ਔਰਤ ਵੱਲ ਵੇਖਦੇ, ਕਦੇ ਇਹ ਲੋਕ ਸਤਿਗੁਰਾਂ ਵੱਲ ਵੇਖਦੇ ਹਨ। ਕਬਿਤ ਨੂਰ ਸ਼ਾਹੁਤੀ ਸਰਦਾਰ, ਤਿਸ ਦੇਸ਼ ਹੂੰ ਕੀ ਭਈ ਸ਼ੁੱਧ ਤਾਂ ਕੋ ਕਿਨ ਜਾਏ ਕੈ ਬਖਾਨੀਐ। ਜਦੋਂ ਘਰ 'ਚ ਕਲੇਸ਼ ਚੱਲਦਾ ਰਿਹਾ, ਇਹ ਦ੍ਰਿਸ਼ ਇੱਥੇ ਬਤੀਤ ਹੁੰਦਾ ਰਿਹਾ, ਕਿਸੇ ਨੇ ਜਾ ਕਰਕੇ ਇੱਥੋਂ ਦੀ ਰਾਣੀ, ਇੱਥੋਂ ਦੀ ਜਾਦੂਗਰਨੀ, ਜਿਹਦਾ ਨਾਮ ਸੀ ਜਾਦੂਗਰਨੀ ਨੂਰ ਸ਼ਾਹ, ਉਹਨੂੰ ਜਾ ਕੇ ਕਹਿਤਾ, ਕਹਿੰਦੇ ਅੱਜ ਮੌਕਾ ਆਇਆ, ਕਿਸੇ ਫਕੀਰ ਨੇ ਆ ਕੇ ਕੋਈ ਕਰਾਮਾਤ ਵਰਤਾਈ ਤੇਰੇ ਦੇਸ਼ ਵਿੱਚ। ਪਹਿਲਾਂ ਤੇ ਹੰਕਾਰੀ ਬੰਦਾ ਕਦੇ ਪਸੰਦ ਨਹੀਂ ਕਰਦਾ ਕੋਈ ਸਾਡੇ ਘਰੇ ਆ ਕੇ ਲਲਕਾਰਾ ਮਾਰੇ, ਕੋਈ ਸਾਡੀ ਗਲੀ 'ਚ ਆ ਕੇ ਉੱਚਾ ਬੋਲੇ, ਕੋਈ ਸਾਡੇ ਵਿਰੁੱਧ ਕੰਮ ਕਰੇ ਆ ਕੇ, ਜੋ ਮੈਂ ਚਾਹੁੰਦਾ ਹੋਵੇ। ਹੰਕਾਰੀ ਬੰਦੇ ਦੀ ਸੋਚ ਹੈ। ਹੁਣ ਨੂਰ ਸ਼ਾਹ ਜਾਦੂਗਰਨੀ, ਇਹਨਾਂ ਜਾਦੂਗਰਨੀਆਂ ਦੀ ਸਰਦਾਰ ਹੈ, ਰਾਣੀ ਵੀ ਹੈ, ਸਰਕਾਰ ਵੀ ਹੈ, ਤੇ ਉਹਦੇ ਅਧੀਨ ਕਿੰਨੀਆਂ ਜਾਦੂਗਰਨੀਆਂ ਕੰਮ ਕਰਦੀਆਂ। ਜਿਵੇਂ ਇੱਕ ਮੰਤਰੀ ਦੇ ਥੱਲੇ ਕਿੰਨੇ ਲੀਡਰ ਕੰਮ ਕਰਦੇ ਆ, ਵੱਡਾ ਮੰਤਰੀ ਹੋਵੇ, ਪ੍ਰਧਾਨ ਮੰਤਰੀ ਦੇ ਥੱਲੇ ਕਿੰਨੇ ਨੇ MP MLA ਕਿੰਨੇ ਹੁੰਦੇ ਆ। ਕਹਿੰਦੇ ਨੂਰ ਸ਼ਾਹ ਜਾਦੂਗਰਨੀ ਨੂੰ ਕਿਸੇ ਨੇ ਗੁਪਤ ਰਿਪੋਰਟ ਦਿੱਤੀ ਜਾ ਕੇ, CID ਆਈ ਹੈ ਵੀ ਫਲਾਣੀ ਜਾਦੂਗਰਨੀ ਦੇ ਨਾਲ ਅੱਜ ਕਲੋਲ ਹੋ ਗਈ। ਇਹਨੂੰ ਕਲੋਲ ਕਹਿੰਦੇ ਆ, ਵੀ ਤੁਸੀਂ ਲੋਕਾਂ ਨਾਲ ਕਰਦੇ ਰਹੇ, ਅੱਜ ਤੁਹਾਡੇ ਨਾਲ ਹੋ ਗਿਆ। ਬਾਣੀ ਉਹਨੂੰ ਕੀ ਕਹਿੰਦੀ ਹੈ, ਜੋ ਮਨ ਚਿਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਓਏ ਦੁਨੀਆ ਵੱਲ ਵੇਖ ਕੇ ਹੱਸਣ ਵਾਲਿਆ, ਰੱਬ ਤੋਂ ਡਰਿਆ ਕਰ, ਕੋਈ ਪਤਾ ਨਹੀਂ ਉਹਦੀ ਲਾਠੀ ਦਾ ਇੱਕ ਦਿਨ ਲੋਕ ਤੈਨੂੰ ਵੇਖ ਕੇ ਹੱਸਣ। ਤੂੰ ਕਿਸੇ ਦੇ ਹਾਸੇ ਦਾ ਪਾਤਰ ਬਣ ਜੇ। ਅੱਜ ਕਿਸੇ ਦੀ ਗਰੀਬੀ ਦਾ ਮੌਜੂ ਉਡਾਉਣਾ ਹੈ, ਮਜ਼ਾਕ ਹੀ ਉਡਾਉਣਾ ਹੈ, ਕੋਈ ਪਤਾ ਨਹੀਂ ਤੈਨੂੰ ਘਰ ਗਿਆ ਕੋਈ ਪਾਣੀ ਦਾ ਗਲਾਸ ਨਾ ਪਿਲਾਵੇ, ਕਿਹੜੇ ਹੰਕਾਰ 'ਚ ਤੁਰਿਆ ਫਿਰਦਾ। ਜਦੋਂ ਕਹਿੰਦੇ ਨੂਰ ਸ਼ਾਹ ਜਾਦੂਗਰਨੀ ਨੇ ਸੁਣਿਆ, ਹੰਕਾਰ ਕੇ ਕਹਿੰਦੀ, ਕਿਹੜਾ ਜੰਮਿਆ ਸੂਰਮਾ ਜੋ ਮੇਰੇ ਇਸ ਦੇਸ਼ ਵਿੱਚ ਆ ਕੇ ਪੈਰ ਪਾਵੇ ਤੇ ਮੇਰੀ ਪ੍ਰਜਾ, ਮੇਰੇ ਲੋਕ, ਮੇਰੇ ਜਾਦੂਗਰਾਂ ਦੇ ਨਾਲ ਕੋਈ ਆਪਣੀ ਕਲਾ ਵਰਤਾਵੇ। ਛੇਟ ਕੀ ਫਕੀਰ ਇੱਕ ਆਇਓ ਹੈ ਨਗਰ ਵਿੱਚ, ਘਟਤੀ ਅਸੀਸ ਪੈ ਲਗਾਇਓ ਸਭ ਜਾਣੀਏ। ਉਹਨੇ ਉਸੇ ਵੇਲੇ ਰਿਪੋਰਟ ਕੀਤੀ, ਪਤਾ ਕੀਤਾ ਗਿਆ, ਕਹਿੰਦੇ ਜੀ ਕੋਈ ਚੇਟਕੀ ਫਕੀਰ ਆਏ ਨੇ। ਚੇਟਕੀ ਕਿਹਨੂੰ ਕਹਿੰਦੇ ਆ? ਬੇਪਰਵਾਹ ਫਕੀਰ, ਕਰਾਮਾਤੀ ਫਕੀਰ, ਚੇਟਕਾਂ ਹੀ ਕਰਦੇ ਆ। ਬਾਣੀ ਲਿਖਦੀ ਆ ਨਾ, ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਪੈ ਆਵੇ ਲਾਜਾ। ਕਹਿੰਦੇ ਆ ਨਾਟਕ ਚੇਟਕ ਜਿਹੜੇ ਆ ਜੰਤਰ ਮੰਤਰ ਕਰਦੇ ਫਿਰਦੇ ਰੱਬ ਦੇ ਪਿਆਰਿਆਂ ਨੂੰ ਤੇ ਸ਼ਰਮ ਆਉਂਦੀ ਵੇਖ ਕੇ। ਕਹਿੰਦੇ ਸਾਡਾ ਰਾਖਾ ਕੌਣ ਹੈ? ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਕਾ ਅੰਤਰਜਾਮੀ, ਜਿਹੜਾ ਸਾਰੀਆਂ ਘਟਾਵਾਂ ਦੀ ਜਾਣਦਾ, ਦਿਲਾਂ ਦੀਆਂ ਜਾਣਦਾ, ਮੇਰਾ ਤੇ ਰਾਖਾ ਉਹ ਹੈ, ਤੇ ਮੈਂ ਉਸ ਰਾਖੇ ਨੂੰ ਆਪਣਾ ਮੰਨ ਕੇ ਤੇ ਮੈਂ ਡਰਦਾ ਫਿਰਾਂ ਲੋਕਾਂ ਤੋਂ, ਡਰਾਂ ਛੋਟੇ ਮੋਟੇ ਪੁਲਿਸ ਵਾਲਿਆਂ ਤੋਂ, ਛੋਟੇ ਮੋਟੇ ਲੋਕਾਂ ਤੋਂ। ਕੀ ਫਾਇਦਾ ਫਿਰ ਜਿਹਨੂੰ ਆਪਣੇ ਇੱਕ ਦਾ ਪਤਾ ਨਾ ਵੀ ਉਹ ਰਾਖਾ ਬਚਾਏਗਾ ਤੇ ਮਾਰ ਨਹੀਂ ਸਕਦਾ, ਜਿਹਨੂੰ ਉਹ ਮਾਰੇ ਕੋਈ ਬਚਾ ਨਹੀਂ ਸਕਦਾ, ਉਹਨੂੰ ਡਰ ਰਹੀ ਹੈ। ਕਹਿੰਦੇ ਕੋਈ ਚੇਟਕੀ ਫਕੀਰ ਆਏ ਨੇ, ਉਹਨਾਂ ਨੇ ਆਪਣੀ ਮੰਤਰ ਸਿੱਧੀ ਦੇ ਨਾਲ ਕੋਈ ਸ਼ਬਦ ਪੜ੍ਹਿਆ, ਕੱਲਰ ਕੀਆ ਬਣ ਜਾ ਰਹੀ ਆ ਝੁੱਗੇ ਮੁਸ਼ਕ ਮੰਗੇਣ। ਕਹਿੰਦੇ ਆ ਉਹਨਾਂ ਨੇ ਜ਼ੁਬਾਨ ਤੋਂ ਬੋਲਿਆ, ਉਸ ਤੋਂ ਬਾਅਦ ਘੜਾ ਲੱਥਿਆ ਹੀ ਨਹੀਂ, ਬੜਾ ਜ਼ੋਰ ਲਾ ਲਿਆ। ਸਭ ਨੇ ਆਪਣੀ ਹਕਾਇਤ ਕੀਤੀ ਹੈ, ਮਤਲਬ ਜਿੰਨੇ ਮੰਤਰ ਸੀ, ਤੰਤਰ ਸੀ, ਜੰਤਰ ਸੀ, ਪੜ੍ਹ ਚੁੱਕੇ ਆ। ਛੋਟੇ ਮੋਟੇ ਤਾਂਤਰਿਕ ਸਿਆਣੇ ਸਭ ਨੇ ਜ਼ੋਰ ਲਾ ਲਿਆ ਜੀ, ਨਹੀਂ ਕੁਝ ਹੋਇਆ। ਹੁਣ ਗੱਲ ਗਈ ਆ ਰਾਣੀ ਕੋਲੇ, ਉਹਨੂੰ ਗੁੱਸਾ ਆ ਗਿਆ, ਕਹਿੰਦੀ ਮੇਰੇ ਰਾਜ ਵਿੱਚ ਕੋਈ ਚੇਟਕੀ ਫਕੀਰ ਵੜ ਕਿਵੇਂ ਸਕਦਾ ਹੈ? ਕਿਸੇ ਦੇ ਘਰੇ ਆ ਕੇ ਕੋਈ ਮੰਤਰ ਵਿਦਿਆ ਪੜ੍ਹੇ, ਕਿਉਂਕਿ ਅਧੂਰੀ ਜਾਣਕਾਰੀ ਹੈ ਨਾ, ਇਹ ਤਾਂ ਨਹੀਂ ਦੱਸਿਆ ਦੱਸਣ ਵਾਲੇ ਨੇ ਵੀ ਤੁਹਾਡੀ ਜਾਦੂਗਰਨੀ ਨੇ ਆਹ ਕਰਤੂਤ ਕੀਤੀ, ਉਹਨਾਂ ਦੇ ਸੇਵਾਦਾਰ ਨੂੰ ਭੇਡੂ ਬਣਾ ਲਿਆ। ਨਹੀਂ, ਜਦ ਵੀ ਬੰਦਾ ਹੰਕਾਰ ਕਰਦਾ ਹੈ, ਕੋਈ ਦੋ ਪਰਿਵਾਰ ਨੇ ਆਪਸ 'ਚ ਲੜ ਪੈਣੋ, ਕਹਿੰਦੇ ਇਹੀ ਗੁਨਾਹਗਾਰ ਆ, ਮੈਂ ਹੀ ਚੰਗਾ। ਤੇ ਕਈ ਵਾਰ ਵਿੱਚ ਫੈਸਲਾ ਕਰਨਾ ਔਖਾ ਜਾਂਦਾ, ਉਹਦੀ ਗੱਲ ਸੁਣੀਏ, ਮੁੰਡੇ ਵਾਲੇ ਕਹਿੰਦੇ ਅਸੀਂ ਚੰਗੇ, ਕੁੜੀ ਵਾਲੇ ਕਹਿੰਦੇ ਅਸੀਂ ਚੰਗੇ। ਅਗਲਾ ਕਹਿੰਦਾ ਯਾਰ ਮੈਂ ਕਰਾਂ ਕੀ, ਇਹਦੀਆਂ ਸੁਣਦਾ ਇਹ ਠੀਕ ਲੱਗਦੇ, ਉਹਦੀ ਸੁਣਦਾ ਉਹ। ਫਿਰ ਇਹੋ ਜਿਹੇ ਮੌਕੇ ਤੇ ਫੈਸਲੇ ਕਰਨੇ ਔਖੇ, ਪਰ ਇੱਥੇ ਤੇ ਇੱਕ ਪੱਖ ਸੁਣਾਇਆ ਗਿਆ ਹੈ ਵੀ ਉਹਨਾਂ ਫਕੀਰਾਂ ਨੇ ਆ ਕੇ ਇੱਕ ਹਮਲਾ ਕਰ ਦਿੱਤਾ ਜਾਦੂਗਰਨੀ ਤੇ। ਕਹਿੰਦੀ ਲੈ ਵੇਖ, ਫਿਰ ਉਹਨੇ ਉਸੇ ਵੇਲੇ ਜੰਨੀਆਂ ਉਹਦੇ ਕੋਲ ਤਾਂਤਰਿਕ ਬੈਠੀਆਂ ਸੀ ਔਰਤਾਂ, ਕਿਉਂਕਿ ਔਰਤਾਂ ਦਾ ਰਾਜ ਹੈ, ਇਹਨੂੰ ਤ੍ਰਿਆ ਰਾਜ ਕਹਿੰਦੇ ਆ। ਇੱਥੇ ਜਿੰਨੀਆਂ ਵਜ਼ੀਰ ਨੇ, ਰਾਣੀਆਂ ਨੇ, ਔਰਤਾਂ ਨੇ, ਤੰਤਰ ਵਿਦਿਆ ਵਾਲੀਆਂ ਨੇ, ਮਰਦਾਂ ਬੰਦਿਆਂ ਨੂੰ ਇਹਨਾਂ ਭੇਡਾਂ ਬੱਕਰੀਆਂ ਬਣਾਇਆ ਹੋਇਆ, ਕੰਮ ਲੈਂਦੀਆਂ ਉਹਨਾਂ ਤੋਂ। ਗੁਲਾਮਾਂ ਦਾ ਦੇਸ਼ ਹੈ ਇਹ, ਬੰਦੇ ਗੁਲਾਮ ਸਨ। ਇਸੇ ਕਰਕੇ ਵੱਡੇ ਵੱਡੇ ਰਾਜੇ ਭਾਵੇਂ ਚੜ੍ਹ ਕੇ ਹਿੰਦੁਸਤਾਨ ਤੇ ਆਉਂਦੇ ਰਹੇ ਆ,
ਭਾਵੇਂ ਮੁਗਲਾਂ ਦੇ ਰਾਜ ਹੋਏ ਨੇ, ਕੋਈ ਇੱਕ ਮੁਗਲ ਮੁਸਲਮਾਨ ਹੀ ਨਹੀਂ ਕਹਿ ਸਕਦਾ ਵੀ ਪ੍ਰੋਪਰ ਹਿੰਦੁਸਤਾਨ 'ਤੇ ਰਾਜ ਕੀਤਾ ਸੀ, ਨਹੀਂ ਕੀਤਾ। ਇਹਨਾਂ ਔਰਤਾਂ ਨੇ ਕਿਸੇ ਨੂੰ ਵੜਨ ਹੀ ਨਹੀਂ ਦਿੱਤਾ। ਵੱਡੇ ਵੱਡੇ ਤਾਂਤਰਿਕ ਮੁਸਲਮਾਨ ਆਉਂਦੇ ਰਹੇ, ਮੰਤਰ ਵਿਦਿਆ ਨਾਲ ਉਲਟਾ ਕੇ ਮਾਰਦੇ। ਅੱਜ ਵੀ ਧੋਬੜੀ ਸਾਹਿਬ ਦਾ ਇਤਿਹਾਸ ਪੜ੍ਹੋ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਥਾ ਆਪ ਜੀ ਨੇ ਸੁਣਿਆ, ਤੁਹਾਨੂੰ ਪਤਾ ਹੈ ਉੱਥੇ ਕੀ ਹੋਇਆ। ਜਿੱਥੇ ਗੁਰੂ ਸਾਹਿਬ ਜੀ ਨੂੰ ਆਪ ਜਾਣਾ ਪਿਆ, ਉੱਥੋਂ ਲੋਕ ਕੋਈ ਛੋਟੇ ਮੋਟੇ ਹੋਣਗੇ ਜੀ। ਸਾਰੀ ਜ਼ਿੰਦਗੀ ਔਰੰਗਜ਼ੇਬ ਤੜਫਦਾ ਮਰ ਗਿਆ ਵੀ ਮੈਂ ਬੰਗਾਲ ਤੇ ਅਸਾਮ ਤੇ ਰਾਜ ਕਰ ਲਾਂ। ਲੈ ਚਲੋ ਉਹ ਪੁਰਾਣੀ ਗੱਲ ਛੱਡੋ, ਆ ਜਿਹੜਾ ਕਹਿੰਦਾ ਸੀ ਦੀਦੀ ਜਾਏਗੀ ਆਏਗੀ ਨਹੀਂ, 4 ਕੋ ਚਲੀ ਜਾਏਗੀ, ਫਿਰ ਕੀ ਹੋਇਆ ਉੱਥੇ ਪਤਾ ਤੁਹਾਨੂੰ? ਅਗਲੇ ਕਹਿੰਦੇ ਬੰਗਾਲ ਬੰਗਾਲੀਆਂ ਦਾ। ਤੇ ਫਿਰ ਇਹੋ ਜਿਹੇ ਰਗੜ ਕੇ ਧਰੇ ਆ ਉੱਥੇ ਪਖੰਡੀ, ਰੱਥ ਯਾਤਰਾ ਜੋਗੇ ਵੀ ਨਾ ਰਹੇ। ਆਖੋ ਸਤਨਾਮ। ਉਹ ਉਦੋਂ ਦੀ ਗੱਲ ਛੱਡੋ, ਅੱਜ ਵੀ ਬੰਗਾਲ ਦੇ ਵਿੱਚ ਕੋਈ ਬਾਹਰੋਂ ਆ ਕੇ ਰਾਜ ਨਹੀਂ ਕਰ ਸਕਦਾ। ਅੱਜ ਵੀ ਭਾਵੇਂ ਉਹ ਸਮੇਂ ਦੀ ਉੱਥੋਂ ਦੀ ਮੁੱਖ ਮੰਤਰੀ ਹੈ ਬੰਗਾਲ ਦੀ ਜਾਂ ਅਸਮ ਦੀ ਗੱਲ ਕਰ ਲਈਏ, ਉਹਨਾਂ ਲੋਕਾਂ ਉੱਤੇ ਏਕਾ ਹੈ, ਆਪਸੀ ਭਾਈਚਾਰਾ ਹੈ, ਆਪਣੇ ਤੰਤਰਾਂ ਮੰਤਰਾਂ ਦੇਵੀ ਦੇਵਤਿਆਂ ਨੂੰ ਮੰਨਦੇ ਆ, ਉਹ ਆਪਣੀ ਕਲਾ 'ਚ ਪ੍ਰਜਵਲਿਤ ਨੇ। ਜਿੱਥੇ ਵੱਡੇ ਵੱਡੇ ਰਾਜੇ ਫੇਲ ਹੋ ਗਏ, ਉੱਥੇ ਦੂਜਾ ਤੀਜਾ ਫਕੀਰ ਕੌਣ ਸੀ? ਪਰ ਇੱਥੇ ਪਰਮਾਤਮਾ ਆਪ ਆ ਗਏ। ਇੱਥੇ ਕਿਉਂ ਆਏ ਨੇ? ਜਿੱਥੇ ਵੱਡੇ ਵੱਡੇ ਤਾਂਤਰਿਕ ਸਾਧੂ ਫਕੀਰ ਗੋਡੇ ਟੇਕ ਆਉਂਦੇ ਸੀ, ਉਹ ਫਿਰ ਉੱਥੇ ਰੱਬ ਨੂੰ ਹੀ ਜਾਣਾ ਪੈਣਾ ਸੀ। ਆਖੋ ਸਤਨਾਮ। ਇੱਥੇ ਤਾਂ ਸਤਿਗੁਰੇ ਆਏ ਕਿਉਂਕਿ ਕਲਯੁਗ ਦਾ ਸਮਾਂ ਸੀ। ਮਰਦ ਨੇ ਲੋਕਾਂ ਨੂੰ ਸਿੱਧੇ ਰਾਹ ਪਾਉਣਾ ਹੈ। ਪਾ ਸਕਦਾ ਸੀ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਕੋਈ ਸਿੱਧੇ ਰਾਹ? ਹੰਕਾਰ ਵਿੱਚ ਆਈ, ਕਹਿੰਦੀ ਆਪਣੀਆਂ ਜਿੰਨੀਆਂ ਤੰਤਰਕ ਵਿਦਿਆ ਵਾਲੀਆਂ ਜਾਦੂਗਰਨੀਆਂ ਸੀ, ਕਹਿੰਦੀ ਛੇਤੀ ਕਰੋ, ਫਕੀਰ ਲੱਭਣੇ ਨਹੀਂ ਚਾਹੀਦੇ, ਕੱਲਾ ਕੱਲਾ ਸਾਧ ਚੁੱਕ ਲਿਆਓ। ਆਖੋ ਸਤਨਾਮ। ਉਹਨੂੰ ਹੰਕਾਰ ਆਪਣਿਆਂ ਤੇ, ਉਹਨੂੰ ਮੰਤਰਾਂ ਦਾ ਮਾਣ ਹੈ, ਜੰਤਰਾਂ ਦਾ ਮਾਣ ਹੈ, ਤੰਤਰਾਂ ਦਾ ਮਾਣ ਹੈ। ਮੇਰੇ ਰਾਜ ਵਿੱਚ ਕੋਈ ਫਕੀਰ ਪੈਰ ਕਿਵੇਂ ਪਾ ਗਿਆ, ਕਲਾ ਕਿਵੇਂ ਵਰਤਾ ਗਿਆ। ਮੰਤਰ ਨਾ ਜੰਤਰ ਨਾ ਤੰਤਰ ਚਲਤ ਕੋ, ਹਾਰੇ ਉਪਚਾਰ ਕਰ ਕਹੂ ਨਾ ਹਿਲਾਨੀਆਂ। ਵਜ਼ੀਰਾਂ ਨੇ ਆ ਕੇ ਰਿਪੋਰਟ ਦਿੱਤੀ ਜੀ, ਮੰਤਰ ਵੀ ਪੜ੍ਹ ਲਏ, ਜੰਤਰ ਵੀ ਪੜ੍ਹ ਲਏ, ਤੰਤਰ ਵਿਦਿਆ ਵੀ ਵਰਤ ਲਈ, ਸਾਰੇ ਉਪਚਾਰ ਫੀਕੇ ਪੈ ਗਏ। ਘੜਾ ਐਸਾ ਸਿਰ ਨਾਲ ਜੁੜਿਆ, ਸਿਰ ਦੀਆਂ ਨਸਾਂ ਫਟ ਕੇ ਬਾਹਰ ਆਉਣ ਵਾਲੀਆਂ ਹੋ ਗਈਆਂ। ਨਾ ਪਾਣੀ ਡੁੱਲਦਾ, ਨਾ ਘੜਾ ਲੱਥਦਾ, ਉੱਤੇ ਤੜਫ ਰਹੀ ਹੈ। ਕਹਿੰਦੀ ਅੱਛਾ ਫਕੀਰ ਕਿਹੋ ਜਿਹੇ ਆ? ਕਹਿੰਦੇ ਜੀ ਪੰਜਾਬੀ ਲਿਬਾਸ ਹੈ ਸਾਧੂਆਂ ਵਾਲਾ ਹੀ, ਭਗਵੇ ਕੱਪੜੇ ਪਾਏ ਆ। ਹੁਣ ਉਹ ਸਾਰੀ ਗੱਲ ਪੁੱਛਣੀ ਚਾਹੁੰਦੀ ਵੀ ਗੱਲ ਸ਼ੁਰੂ ਕਿੱਥੋਂ ਹੋਈ। ਇਹ ਕੋਈ ਨਹੀਂ ਦੱਸਦਾ ਵੀ ਸਾਡਿਆਂ ਨੇ ਗਲਤੀ ਕੀਤੀ, ਇਹ ਦੱਸਦਾ ਜੀ ਕੋਈ? ਅੱਜ ਵੀ ਕੋਈ ਸਾਡਾ ਧੀ ਪੁੱਤ ਗਲਤੀ ਕਰੇ, ਅਸੀਂ ਆਪਣੇ ਤੇ ਕੱਪੜਾ ਪਾ ਕੇ ਦੂਜੇ ਦੇ ਧੀ ਪੁੱਤ ਨੂੰ ਇੰਨਾ ਬੁਰਾ ਕਹਾਂਗੇ, ਇੰਨਾ ਭੰਡਾਂਗੇ, ਜਿਵੇਂ ਸਾਡੇ ਵਾਲੇ ਤੇ ਵਿਚਾਰੇ ਕਦੇ ਬੋਲਦੇ ਹੀ ਨਹੀਂ ਹੁੰਦੇ। ਉਸ ਰਾਣੀ ਨੂੰ ਥੋੜੀ ਜੀ ਗੱਲ ਦਾ ਪਤਾ ਲੱਗਿਆ, ਪਰ ਉਹ ਜਾਣਦੀ ਆ ਪਰਦੇਸੀ ਬਾਹਰੋਂ ਆਏ ਆ, ਇਹਨਾਂ ਨਾਲ ਹੀ ਬੁਰਾ ਸਲੂਕ ਕੀਤਾ ਜਾਏ ਤਾਂ ਜੋ ਮੇਰੀ ਆਪਣੀ ਪ੍ਰਜਾ ਸੇਫ ਰਵੇ, ਉਹ ਆਪਣੇ ਰਾਜ ਲਈ ਇਮਾਨਦਾਰ ਹੈ। ਭਾਵੇਂ ਬਾਹਰੋਂ ਕੋਈ ਆਵੇ, ਉਹ ਪਰਵਾਹ ਨਹੀਂ ਕਰਦੀ ਕਿਸੇ ਦੀ। ਉਹਨੇ ਹੁਕਮ ਕੀਤਾ ਇਹਨਾਂ ਸਾਧਾਂ ਨੂੰ ਦਿਨ ਵਿੱਚ ਤਾਰੇ ਵਿਖਾਓ। ਇਹ ਖੇਡ ਨਹੀਂ ਹੈ ਦਿਨ 'ਚ ਤਾਰੇ ਵੇਖਣੇ। ਵੇਖਦੇ ਹੋ ਜੀ ਤੁਸੀਂ? ਕਿਹਨੂੰ ਕਹਿੰਦੇ ਦਿਨ 'ਚ ਤਾਰੇ ਵਿਖਾਉਣਾ? ਬੁਰੇ ਵਕਤ ਨੂੰ ਕਿਹਾ ਜਾਂਦਾ ਹੈ ਵੀ ਜਦੋਂ ਬੰਦੇ ਤੇ ਬੁਰਾ ਵਕਤ ਆ ਗਿਆ, ਕਹਿੰਦੇ ਦਿਸਦੇ ਦਿਨ 'ਚ ਤਾਰੇ? ਕਹਿੰਦਾ ਹਾਂਜੀ ਦਿਸਦੇ ਆ, ਕਿਉਂਕਿ ਹੁਣ ਨਾਲ ਕੋਈ ਨਹੀਂ। ਦਿਨ ਵਿੱਚ ਤਾਰੇ ਵਿਖਾਓ। ਇਹੋ ਜਿਹੀ ਹਾਲਤ ਉਹਨਾਂ ਦੀ ਕਰਦੇ ਹੋ, ਪੈਰ ਫੜ ਫੜ ਮਾਫੀਆਂ ਮੰਗਣ। ਕੌਣ ਕਹਿੰਦੀ ਹੈ? ਨੂਰ ਸ਼ਾਹ ਜਾਦੂ ਕਰਨੀ। ਐਸੀ ਮਾਰ ਜਾ ਕੇ ਮਾਰੋ, ਉਹ ਇਸ ਵਕਤ ਨੂੰ ਪਛਤਾਉਣ ਅਸੀਂ ਕਦੋਂ ਇਸ ਦੇਸ਼ ਆਏ ਆ। ਜੈਸੇ ਸਿਆਰ ਸ਼ੇਰ ਕੋ ਪਪੀਲ ਕਾ ਸਮੀਰ ਕੇ, ਉਪਾਏ ਤੇ ਸਮੂਹੇ ਸੋ ਐਸੀ ਬਿਦ ਠਾਨੀਆਂ। ਪਰ ਕਵੀ ਜੀ ਹੱਸਦੇ ਆ ਤੇ ਭਾਈ ਬਾਲਾ ਜੀ ਕਹਿੰਦੇ ਇਦਾਂ ਹੋ ਗਿਆ ਜਿਵੇਂ ਕੋਈ ਗਿੱਦੜ ਤਿਆਰੀ ਕਰੇ ਨਾ ਵੀ ਸ਼ੇਰ ਮਾਰਨਾ ਹੈ, ਮਾਰ ਕੇ ਆਵਾਂਗੇ। ਕੀੜੀਆਂ ਇਕੱਠੀਆਂ ਹੋ ਗਈਆਂ, ਕਹਿੰਦੇ ਸਮੇਰ ਪਰਬਤ ਢਾ ਦੇਾਂਗੇ ਜਾ ਕੇ। ਨੂਰ ਸ਼ਾਹ ਜਾਦੂਗਰਨੀ ਦੀ ਇੰਨੀ ਕੁ ਔਕਾਤ ਹੈ। ਗੁਰੂ ਬਾਬਾ ਜੀ ਦੇ ਸਿੱਖਾਂ ਦੇ ਸਾਹਮਣੇ ਤੇ ਗੁਰੂ ਤੇ ਫਿਰ ਵੱਡੀ ਚੀਜ਼ ਨੇ। ਕਹਿੰਦੇ ਉਹ ਆਪਣੀ ਔਕਾਤ ਤੋਂ ਬਾਹਰ ਦੀਆਂ ਗੱਲਾਂ ਕਰਦੀ ਹੈ। ਜਾਓ ਢਾ ਦਿਓ, ਉਹਨਾਂ ਫਕੀਰਾਂ ਨੂੰ ਛੱਡਿਓ ਨਾ, ਐਸਾ ਸਬਕ ਸਿਖਾਓ, ਮੰਤਰਾਂ ਦੀ ਕੈਦ ਕਰਕੇ ਮੇਰੇ ਦਰਬਾਰ ਵਿੱਚ ਸੁੱਟੋ। ਮੰਤਰਾਂ ਦੀ ਕੈਦ ਕਿਵੇਂ? ਜਿਵੇਂ ਭਾਈ ਮਰਦਾਨੇ ਨੂੰ ਕੈਦ ਕੀਤਾ। ਤੁਸੀਂ ਇਹ ਵੇਖੋ ਵੀ ਐਡੀਆਂ ਵੱਡੀਆਂ ਮੁਸੀਬਤਾਂ ਦੁਨੀਆ ਨੇ ਰੱਬ ਨਾਲ ਕੀਤੀਆਂ। ਜਿਸ ਪਰਮਾਤਮਾ ਨੇ ਦੁਨੀਆ ਸਾਜੀ, ਉਹ ਦੁਨੀਆ ਨੇ ਤੇ ਉਹਨੂੰ ਨਹੀਂ ਬਖਸ਼ਿਆ। ਆਪਾਂ ਕਾਹਦਾ ਮਾਣ ਕਰਦੇ ਫਿਰਦੇ ਆ?
ਵੀ ਮੇਰੇ ਨਾਲ ਫਲਾਣਾ ਲੜਤਾ, ਮੇਰੇ ਲਈ ਫਲਾਣਾ ਚੰਗਾ ਨਹੀਂ ਸੋਚਦਾ। ਸੋਚੇ ਨਾ ਸੋਚੇ ਉਹਦੀ ਟੈਨਸ਼ਨ ਤੇਰੀ ਥੋੜ੍ਹੀ ਹੈ। ਤੂੰ ਆਪਣਾ ਚੰਗਾ ਸੋਚ, ਆਪਣੀ ਜ਼ਿੰਦਗੀ ਵਧੀਆ ਹੰਢਾ, ਕਿਸੇ ਤੋਂ ਕੀ ਲੈਣਾ ਤੂੰ। ਪਰ ਅਸੀਂ ਲੋਕਾਂ ਬਾਰੇ ਸੋਚੀ ਜਾਂਦੇ, ਮੇਰੇ ਬਾਰੇ ਫਲਾਣਾ ਬੁਰੀ ਸੋਚ ਰੱਖਦਾ, ਰੱਖੀ ਜਾਵੇ ਯਾਰ, ਉਹਦੀ ਪਰਵਾਹ ਤੇਰੀ ਥੋੜ੍ਹਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜਾਣਦੇ ਸੀ ਇੱਥੇ ਬਹੁਤ ਕੁਝ ਹੋਣਾ ਹੈ। ਇਸੇ ਕਰਕੇ ਸਤਿਗੁਰਾਂ ਨੇ ਕਿਹਾ ਬਾਲੇ ਤੇ ਮਰਦਾਨਾ ਜੀ ਬੈਠ ਜਾਓ, ਇੱਥੋਂ ਇੱਕ ਵੀ ਕਦਮ ਪੁੱਟਿਓ ਨਾ। ਸੁਣੀ ਜਬ ਰੋਸੀ ਤਬ ਧੀਅਰ ਡਿਗ ਜੋ ਸਭ, ਟਾਮਣ ਕੀ ਬਿਦ ਮੈਂ ਸੁਜਾਨ ਜਿਉ ਜਾਣੀਆਂ। ਉਸੇ ਵੇਲੇ ਸਭਾ ਆਪਣੀ ਲਾਈ, ਤਾਂਤਰਿਕ ਤੇ ਟੂਣੇ ਟਾਮਣ ਕਰਨ ਵਾਲੀਆਂ ਸਾਰੀਆਂ ਬੁਲਾ ਲੀਆਂ, ਵੱਡੀਆਂ ਵੱਡੀਆਂ ਜਿਹੜੀਆਂ ਮੰਨੀਆਂ ਪਰਮੰਨੀਆਂ ਸੀ। ਅੱਜ ਵੀ ਬੰਗਾਲ ਦੇ ਜਾਦੂਗਰ ਬੜੇ ਫੇਮਸ ਨੇ ਵਰਲਡ ਵਿੱਚ। ਉਹ ਅਲੱਗ ਗੱਲ ਹੈ ਵੀ ਜਾਦੂ ਦੇ ਨਾਂ ਤੇ ਧੰਦੇ ਬੜੇ ਚੱਲਦੇ ਆ, ਪਰ ਰੀਅਲ ਬਲੈਕ ਮੈਜਿਕ ਅੱਜ ਵੀ ਬੰਗਾਲ ਦਾ ਮਸ਼ਹੂਰ ਹੈ। ਅੱਜ ਵੀ ਤੁਸੀਂ ਜੋ ਚਾਹੋ ਉਹ ਕਰ ਦੇਣਗੇ, ਪਰ ਇਹੋ ਜਿਹੇ ਬੰਦੇ ਲੱਭਣੇ ਕਿੱਥੇ ਪੈਂਦੇ ਆ ਜੀ? ਉਹ ਵਿਰਲੇ ਆ, ਵਿਰਲੇ ਆ ਜਿਹੜੇ ਤੁਰੇ ਫਿਰਦੇ ਨਾ, ਫਲਾਣਾ ਬਾਬਾ, ਮੀਆਂ ਸ਼ਮੀਰ, ਮੀਆਂ ਦਾਨਿਸ਼ ਤੇ ਲਟੇਰੇ ਆ। ਇਹਨਾਂ ਨੂੰ ਕਹੋ ਵੀ ਮੋਦੀ ਬਸ ਕਰ ਦਿਓ, ਬਿੱਲ ਵਾਪਸ ਲੈ ਲੈ, ਹੁੰਦਾ ਹੀ ਨਹੀਂ, ਫੋਨ ਕੱਟ ਦਿੰਦੇ ਆ। ਪਰ ਜਿਹਦੇ ਕੋਲ ਤੰਤਰ ਵਿਦਿਆ ਹੈ ਉਹਨੂੰ ਪਤਾ ਵੀ ਜੇ ਮੈਂ ਕੀਤਾ ਤੰਤਰ ਮੇਰੇ ਤੇ ਚੱਲ ਗਿਆ ਤੇ ਮੇਰੀ ਜ਼ਿੰਦਗੀ ਗਈ। ਇਹ ਤੇ ਜ਼ਿੰਦਗੀ ਦਾ ਖਤਰਾ ਹੈ। ਆਰ ਹੈ ਜਾਂ ਪਾਰ ਹੈ, ਜਾਂ ਸਾਹਮਣੇ ਵਾਲਾ ਮਰ ਜੂ ਜਾਂ ਫਿਰ ਇੱਧਰ ਵਾਲਾ ਮਰ ਜੂਗਾ। ਆਹ ਤੇ ਲੋਕਾਂ ਨੇ ਖੇਡਾਂ ਬਣਾਈਆਂ ਹੋਈਆਂ, ਦੁਨੀਆ ਤੇ ਹੈ ਤੇ ਸਾਰਾ ਕੁਝ ਹੀ ਹੈ ਨਾ, ਪਰ ਨਾਮ ਜਪਣ ਵਾਲਿਆਂ ਤੇ ਜੇ ਤੁਹਾਡੇ ਕੋਲ ਬੰਦਗੀ ਹੈ, ਮੂਲ ਮੰਤਰ ਦਾ ਜਾਪ ਹੈ, ਸੱਚਾ ਸੁੱਚਾ ਜੀਵਨ ਹੈ, ਤੁਹਾਡਾ ਕੋਈ ਕੱਖ ਨਹੀਂ ਵਿਗਾੜ ਸਕਦਾ, ਜਿੱਡਾ ਮਰਜ਼ੀ ਤਾਂਤਰਿਕ ਹੋਵੇ। ਤੇ ਹੁਣ ਜੇ ਮੇਰੇ ਵਰਗਾ 100 ਝੂਠ ਬੋਲਦਾ, ਠੱਗੀ ਮਾਰਨ ਵੇਲੇ ਨਹੀਂ ਵੇਖਦਾ, ਗੁਰਦੁਆਰੇ ਵੀ ਜਾਂਦਾ, ਪਾਠ ਵੀ ਕਰਦਾ, ਕਹਿੰਦਾ ਲੈ ਯਾਰ ਮੈਂ ਅੰਮ੍ਰਿਤ ਵੀ ਛਕਿਆ, ਮੈਨੂੰ ਫਲਾਣਾ ਦਾਬਾ ਮਾਰ ਗਿਆ। ਮਾਰੂਗਾ ਭਾਈ, ਤੇਰੇ ਕਰਮ ਹੀ ਠੀਕ ਨਹੀਂ। ਆਪਣੇ ਆਪ ਨੂੰ ਸੁਧਾਰ ਤੇ ਸਹੀ, ਇਹ 'ਚ ਬਾਣੀ ਦਾ ਕਸੂਰ ਥੋੜ੍ਹੀ ਹੈ। ਅਸੀਂ ਸਿੱਧ ਕਰਦੇ ਹਾਂ ਲੈ ਜੀ ਮੈਂ ਜਪਜੀ ਦਾ ਪਾਠ ਕੀਤਾ, ਮੇਰੇ ਨਾਲ ਫੇਰ ਵੀ ਆ ਕੁਛ ਹੋ ਗਿਆ, ਮਤਲਬ ਜਪਜੀ ਸਾਹਿਬ 'ਚ ਕਮੀ ਹੈ, ਤੂੰ ਚੰਗਾ ਹੈ। ਕਿੱਥੇ ਡਿੱਗੀ ਸੋਚ ਹੈ ਸਾਡੀ। ਉਹ ਜਿਨ੍ਹਾਂ ਨੇ ਗੁਰਬਾਣੀ ਨੂੰ ਜੀਵਨ ਵਿੱਚ ਸਿੱਧ ਕਰ ਲਿਆ ਨਾ, ਸਾਧ ਲਿਆ, ਬਈ ਉਹਨਾਂ ਦੀ ਅੱਖ 'ਚ ਅੱਖ ਪਾ ਕੇ ਕੋਈ ਤਾਂਤਰਿਕ ਨਹੀਂ ਵੇਖ ਸਕਦਾ। ਜਿਉਂਦੀ ਜਾਗਦੀਆਂ ਮਸਾਲਾ ਨੇ ਤੁਰਕੀ ਬਾਣੀ ਦੀ। ਜਦੋਂ ਕਹਿੰਦੇ ਹੁਕਮ ਕੀਤਾ, ਉੱਥੇ ਬੈਠੀਆਂ ਸੀ, ਸਭ ਨੇ ਆਪਣਾ ਸਮਾਨ ਚੁੱਕ ਲਿਆ। ਕਿਸੇ ਨੇ ਨਾਰੀਅਲ, ਕਿਸੇ ਨੇ ਧਾਗਾ, ਕਿਸੇ ਨੇ ਅੱਗ ਚੁੱਕ ਲਈ, ਜੋ ਉਹਨਾਂ ਕੋਲੇ ਸੀ, ਆਪਣੀ ਕਲਾ ਉਹਨਾਂ ਕੋਲੇ। ਕਹਿੰਦੇ ਸਾਰੀਆਂ ਕਰਾਮਾਤਾਂ ਲੈ ਕੇ ਗੁੱਸੇ ਵਿੱਚ ਆ ਕੇ ਉਹ ਆਪਣੀ ਸਵਾਰੀ ਤੇ ਬੈਠ ਗਈਆਂ। ਭੇਜੀ ਤਤਕਾਲ ਜਹਾਂ ਕੁੰਭ ਸੀਸ ਬਾਲ ਲੱਗੇ, ਧਾਰਤ ਵਿਸਾਲ ਮਾਨ ਤਾਹੀ ਤੇ ਥਾਨੀਆਂ। ਸਭਾ ਵਿੱਚ ਬੈਠੀਆਂ ਆਪਣੀ ਕਰਾਮਾਤ ਨਾਲ ਏਡਾਂ ਉੱਡੀਆਂ ਜਿਵੇਂ ਪੰਛੀ ਤੇ ਪਰੀਆਂ ਉੱਡਦੀਆਂ ਨੇ, ਗੁੱਸੇ 'ਚ ਮੂੰਹ 'ਚੋਂ ਅੱਗ ਵਗਾਉਂਦੀਆਂ ਨੇ। ਕੋਈ ਕੰਧ ਤੇ ਚੜ੍ਹ ਕੇ ਕੰਧ ਉਡਾਈ ਫਿਰਦੀ ਹੈ, ਕੋਈ ਦਰਖਤ ਪੱਟ ਕੇ ਲੈ ਗਈ। ਕਰਾਮਾਤਾਂ ਵਿਖਾ ਰਹੀਆਂ ਨੇ। ਸਮਾਂ ਸਮਾਪਤ ਹੈ ਜੀ, ਜੋ ਕੁਝ ਹੋਣਾ ਹੈ ਬੜਾ ਘਾਤਕ ਹੈ। ਇਹ ਉਹ ਰੱਬੀ ਨੂਰ ਨੇ ਗੁਰੂ ਨਾਨਕ ਸਾਹਿਬ ਮਹਾਰਾਜ, ਜਿਨ੍ਹਾਂ ਨੇ 21 ਦੁਖੀਆਂ ਦੀ ਕਦੇ ਪਰਵਾਹੀ ਨਹੀਂ ਕੀਤੀ। ਤੇ ਸਾਨੂੰ ਮਾਣ ਹੈ, ਸਾਡਾ ਸਤਿਗੁਰੂ ਆ ਉਹ, ਸਾਡਾ ਸੱਜਣ ਪਿਆਰਾ ਗੁਰੂ ਨਾਨਕ ਸਾਹਿਬ ਮਹਾਰਾਜ, ਜੋ ਸਾਰੀ ਸ੍ਰਿਸ਼ਟੀ ਦਾ ਰਾਖਾ ਏ। ਤੇ ਜਿਹਦਾ ਐਸਾ ਸੱਜਣ ਹੋਵੇ ਉਹਨੂੰ ਦੁਨੀਆ ਦੀ ਕਾਹਦੀ ਪਰਵਾਹ, ਉਹਨੂੰ ਡਰ ਕਿਹਦਾ ਏ। ਕਿਤੇ ਮਹਾਰਾਜ ਕਿਰਪਾ ਕਰਨ ਸਾਡੇ ਜੀਵਨ ਵਿੱਚ ਇਹ ਪ੍ਰਸੰਗ ਵਸ ਜਾਣ, ਸਾਡਾ ਵੀ ਉਧਾਰ ਹੋਵੇ।